परम सत्कारयोग सतगुरां दी साजी और निवाजी। सतगुरु जी का खास रूप गुरु खालसा सतसंग जी। जिन्नी भी संगत गुरु चरनां विच सुभाईमान है, फतेह दी सांझ पाओ, फतेह बुलाओ जी। वाहिगुरु जी का खालसा, वाहिगुरु जी की फतेह। अज दूसरे गुरु नानक धन 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 साहिब श्री गुरु अंगद देव महाराज जी दे प्रकाश की कथा आप जी ने सरवण करनी है। सब ने बोलण तो संकोच करना है। तवज्जो दे के गुरु के विचार नाल जुड़ना है जी। धन धन गुरु अंगद देव महाराज जी दे संबंध विच गुरु घर दे वेद व्यास भाई गुरदास जी उचारण करते हैं। पारस हुआ सतगुर परचे सतगुर कहना, चंदन हुआ चंदनो गुर उपदेश रहत विच रहना। सच समाना सच विच गाडी राह संग वहना, बाह बाणै घर चानण लहना। गुरु अंगद देव महाराज का पहला नाम भाई लहना है। भाई गुरदास जी ने अपनियां कलमबंद कीतियां हन पंक्तियां, जिन्हां विच भाई लहना जी का जिक्र कीता है। कहते हन गुरु नानक देव जी की चरण छोह प्राप्त करके भाई लहना जी वर्गे सेवा दे पुंज ना सिर्फ पारस ही साबित होए, सगों अपने आग्याकारी सुभाਅ दे सदका महान रुतबा उन्होंने हासिल किया, जिस दी बदौलत उन्होंने गुरु नानक पातशाह का अंग समझ के वड्याया ते सलाहिया जाता है। भाई गुरदास जी कहते हैं गुरु शब्द की कमाई करके गुरु बाबा जी की बेलाग सेवा ने उन्हों के व्यक्तिगत जीवन में चंदन जिही महक पैदा कर दी। लिखते हैं ना, चंदन हुआ चंदनो गुरु उपदेश रहत विच रहना। क्योंकि भाई साहब नूं चंदन दे बिरश रूपी धन गुरु नानक पातशाह की छावें बहन का सुभाग प्राप्त हो गया सी। भाई लहना जी नूं गुरु नानक देव महाराज चंदन बिरश रूपी पातशाह की छावें बहन का सुभागा समा प्राप्त होया। इस करके उनके सदका ही भाई लहना जी गुरु उपदेश की रहत बैत नूं अपनी तरजे जिंदगी का अहम हिस्सा उन्होंने बना लिया। सो सत्संग जी, उन्हों के प्रकाश की आपां विचार करिए। गुरु अंगद देव महाराज का जिहड़ा प्रकाश है, संमत बिक्रमी अनुसार 1561 विच, जे ईसवी सन 1500 ईसवी विच वैसाख के महीने विच माता सबराई की पवित्र कुख तो, जिन्हां दा नाम इतिहास च माता दया कौर भी लिया जाता है, माता दया कौर की पावन कुख तो पिता फेरूमल जी के घर जन्म लिया
ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ। ਗੁਰੂ ਅੰਗਦ ਦੇਵ ਮਹਾਰਾਜ ਦਾ ਜਦੋਂ ਜਨਮ ਹੋਇਆ, ਨਾਂ ਰੱਖਿਆ ਗਿਆ ਲਹਿਣਾ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਪੁੱਤਰ ਦੀ ਖੁਸ਼ੀ ਦੇ ਵਿੱਚ ਮਿਸ਼ਟਾਨ ਪ੍ਰਸ਼ਾਦ ਵੰਡੇ ਗਏ। ਸ਼ਰੀਕੇ ਵਿੱਚ ਬੜੀ ਖੁਸ਼ੀ ਮਨਾਈ ਗਈ, ਕਿਉਂਕਿ ਗੁਰੂ ਮਹਾਰਾਜ ਦੇ ਜਿਹੜੇ ਪਿਤਾ ਜੀ ਫੇਰੂਮਲ ਜੀ ਸੀ, ਖੱਤਰੀ, ਤਰਹਿਣ ਗੋਤ ਦੇ ਸੀ ਤੇ ਖਜ਼ਾਨਚੀ ਵੀ ਸੀ ਉਹ। ਉਸ ਵਕਤ ਸਿਕੰਦਰ ਲੋਧੀ ਦਾ ਰਾਜ ਸੀ ਤੇ ਪਠਾਨ ਜਿਹੜੇ ਹਾਕਮ ਸੀ, ਫਿਰੋਜ਼ਪੁਰ ਦੇ ਪਠਾਨ ਦੇ ਹਾਕਮ ਦੇ ਕੋਲ ਪਿਤਾ ਫੇਰੂਮਲ ਜੀ ਖਜ਼ਾਨਚੀ ਦੀ ਨੌਕਰੀ ਕਰਿਆ ਕਰਦੇ ਸੀ। ਬੜੇ ਇਮਾਨਦਾਰ ਸੀ, ਬੜੇ ਨੇਕ ਸੀ, ਬੜੇ ਮਿੱਠ ਬੋਲੜੇ ਸੀ ਭਾਈ ਲਹਿਣਾ ਜੀ ਦੇ ਪਿਤਾ ਜੀ। ਸੋ ਇਹਨਾਂ ਦਾ ਆਪਣਾ ਪਿੰਡ ਦੱਸਦੇ ਸੀ, ਕਹਿੰਦੇ ਮੱਤੇ ਦੀ ਸਰਾਂ। ਇਸ ਤਰ੍ਹਾਂ ਵੀ ਦੱਸਦੇ ਨੇ, ਪਹਿਲਾਂ ਮੱਤੇ ਦੀ ਸਰਾਂ, ਜਿਹਨੂੰ ਨਾਂਗੇ ਦੀ ਸਰਾਂ ਵੀ ਬੋਲਿਆ ਜਾਂਦਾ ਹੈ, ਸਰਾਏ ਨਾਂਗਾ ਵੀ ਬੋਲਿਆ ਜਾਂਦਾ ਹੈ। ਮੱਤੇ ਦੀ ਸਰਾਂ ਪਹਿਲਾ ਨਾਂ ਹੈ, ਨਾਂਗੇ ਦੀ ਸਰਾਂ ਨਾਮ ਬਾਅਦ ਵਿੱਚ। ਫਿਰ ਸੋ ਸਾਧ ਸੰਗਤ ਜੀ, ਜਦੋਂ ਕੁਝ ਸਮਾਂ ਬੀਤਿਆ, 1504 ਈਸਵੀ ਵਿੱਚ ਮਹਾਰਾਜ ਦਾ ਮੱਤੇ ਦੀ ਸਰਾਂ ਤੇ ਪਿਤਾ ਫੇਰੂਮਲ ਦੇ ਘਰ ਮਾਤਾ ਦਇਆ ਕੌਰ, ਮਾਤਾ ਸਬਰਾਈ ਜੀ ਦੀ ਕੁੱਖ ਤੋਂ ਆਗਮਨ ਹੁੰਦਾ ਹੈ। ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਥੋੜ੍ਹੇ ਜਿਹੇ ਵੱਡੇ ਹੁੰਦੇ ਹਨ, ਪੜ੍ਹਾਈ ਵਾਸਤੇ ਯਤਨ ਕੀਤੇ ਜਾ ਰਹੇ ਹਨ। ਉਦੋਂ ਹਿੰਦੀ, ਫਾਰਸੀ ਇਤਿਆਦਿ ਜਿਹੜੀਆਂ ਸੀ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਸੀ। ਇੱਕ ਜਿਹੜੇ ਖੱਤਰੀ ਹੁੰਦੇ ਸੀ, ਉਹਨਾਂ ਨੂੰ ਇਹ ਲੰਡੇ ਵਾਲੀ ਭਾਸ਼ਾ ਪੜ੍ਹਨੀ ਪੈਂਦੀ ਸੀ। ਗ੍ਰੰਥਾਂ ਵਿੱਚ ਇਹਦਾ ਜ਼ਿਕਰ ਹੁੰਦਾ, ਲੰਡੇ ਜ਼ਰੂਰ ਪੜ੍ਹਨੇ ਪੈਂਦੇ ਸੀ। ਹਿੰਦੀ ਫਾਰਸੀ ਭਾਵੇਂ ਰਹਿ ਜੇ, ਪਰ ਉਹ ਲੰਡੇ ਜ਼ਰੂਰ ਪੜ੍ਹਨੇ ਪੈਂਦੇ ਸੀ, ਜਿਨ੍ਹਾਂ ਨਾਲ ਹਿਸਾਬ ਕਿਤਾਬ ਹੁੰਦਾ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਹਿੰਦੀ ਫਾਰਸੀ ਪੜ੍ਹਾਈ ਗਈ। ਸਾਰੀ ਵਿੱਦਿਆ ਹਾਸਲ ਕਰ ਲਈ ਗੁਰੂ ਅੰਗਦ ਦੇਵ ਮਹਾਰਾਜ ਨੇ, ਭਾਈ ਲਹਿਣਾ ਜੀ ਨੇ। ਸੋ ਸਾਧ ਸੰਗਤ ਜੀ, ਫਿਰ ਬਾਅਦ ਵਿੱਚ ਥੋੜ੍ਹੇ ਜਿਹੇ ਵੱਡੇ ਹੋਏ, ਫਿਰ ਉਹਨਾਂ ਦੇ ਵਿਆਹ ਵਾਸਤੇ ਸੋ ਸਾਧ ਸੰਗਤ ਜੀ ਤਿਆਰੀਆਂ ਕੀਤੀਆਂ ਗਈਆਂ। ਇਸ ਤਰ੍ਹਾਂ ਵੀ ਦੱਸਦੇ ਨੇ, ਸ੍ਰੀ ਗੁਰੂ ਨਾਨਕ ਚਮਤਕਾਰ ਦੇ ਵਿੱਚ ਰਾਸ ਪਹਿਲੀ ਵਿੱਚ ਅਧਿਆਇ 119-20 ਦੇ ਲਗਭਗ, ਕਹਿੰਦੇ ਪਿਤਾ ਫੇਰੂਮਲ ਜੀ ਦੀ ਜਿਹੜੀ ਭੈਣ ਸੀ ਫਰਾਈ, ਇਹ ਅੰਮ੍ਰਿਤਸਰ ਦੇ ਇਲਾਕੇ ਵਿੱਚ ਪੁਰਾਣਾ ਨਗਰ ਪੈਂਦਾ ਹੈ, ਖੰਡੂਰ, ਜਿੰਦਾ ਅੱਜ ਨਾਂ ਸਤਿਕਾਰ ਨਾਲ ਖੰਡੂਰ ਸਾਹਿਬ ਲਿਆ ਜਾਂਦਾ, ਪਰ ਪਹਿਲਾਂ ਇਹਦਾ ਨਾਮ ਸੀ ਖਹਿਰਿਆਂ ਦੀ ਖੰਡੂਰ। ਖਹਿਰਾ ਇੱਕ ਗੋਤ ਹੈ ਜੱਟਾਂ ਦੀ। ਖਹਿਰੇ ਗੋਤ ਦੇ ਜੱਟ ਬਹੁਤ ਰਹਿੰਦੇ ਸੀ ਉੱਥੇ, ਇਸ ਕਰਕੇ ਉਹਨੂੰ ਖਹਿਰਿਆਂ ਦੀ ਖੰਡੂਰ ਬੋਲਿਆ ਜਾਂਦਾ ਸੀ। ਇੱਥੇ ਬਾਬਾ ਫੇਰੂਮਲ ਜੀ ਦੀ ਜਿਹੜੀ ਭੈਣ ਫਰਾਈ ਵਿਆਹੀ ਹੋਈ ਸੀ, ਤੇ ਭੈਣ ਦਾ ਬੜਾ ਸਤਿਕਾਰ ਸੀ, ਬੜੀ ਸਿਆਣੀ ਸੀ, ਆਗਿਆਕਾਰੀ ਸੀ। ਉੱਥੇ ਬਹੁਤ ਸਤਿਕਾਰ ਸੀ ਕਿ ਭਰਾ ਉਹਦਾ ਖਜ਼ਾਨਚੀ ਹੈ, ਨੌਕਰੀ ਵਾਲਾ ਹੈ। ਉਹ ਚੰਗੇ ਗੁਣਾਂ ਕਰਕੇ, ਭੈਣ ਦੇ ਕਰਕੇ,
ਉਹ ਖੰਡੂਰ ਦਾ ਹੀ ਰਿਸ਼ਤਾ ਉਹਨਾਂ ਨੂੰ ਮਿਲਿਆ, ਕਿਉਂਕਿ ਨਗਰ ਦੇ ਵਿੱਚ ਇੱਥੇ ਦੇਵੀ ਚੰਦ ਰਹਿੰਦਾ ਸੀ। ਖੱਤਰੀ ਸੀ, ਉਹ ਵੀ ਬੜਾ ਸ਼ਾਹੂਕਾਰ ਸੀ, ਘਰ-ਬਾਰ ਵਧੀਆ ਸੀ, ਕੰਮ-ਕਾਰ ਬਹੁਤ ਵਧੀਆ ਸੀ। ਉਹਨਾਂ ਦੀ ਸਪੁੱਤਰੀ ਸੀ ਖੀਵੀ, ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਦੇ ਮਹਿਲ ਬਣੇ ਬੀਬੀ ਖੀਵੀ ਜੀ। ਉਹ ਜਵਾਨ ਸੀ ਤੇ ਉਹਨਾਂ ਨੇ ਬੀਬੀ ਫਰਾਈ ਜੀ ਨੂੰ ਇਹ ਰਿਸ਼ਤੇ ਬਾਰੇ ਗੱਲ ਚਲਾਈ। ਫਿਰ ਬੀਬੀ ਫਰਾਈ ਹੀ ਸ਼ਗਨ ਲੈ ਕੇ ਗਏ ਸੀ। ਭਾਈ ਲਹਿਣਾ ਜੀ ਦੀ ਝੋਲੀ ਵਿੱਚ ਸ਼ਗਨ ਬੀਬੀ ਫਰਾਈ ਨੇ ਪਾਇਆ। ਇਤਿਹਾਸ ਕਹਿੰਦਾ ਹੈ ਬਹੁਤ ਖੁਸ਼ੀ ਮਨਾਈ ਗਈ। ਫਿਰ ਸੰਮਤ 1576 ਬਿਕਰਮੀ ਮੁਤਾਬਕ ਭਾਈ ਲਹਿਣਾ ਜੀ ਦਾ ਵਿਆਹ ਬੀਬੀ ਖੀਵੀ ਦੇ ਨਾਲ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ 1576 1500 ਫਿਰ 78 ਵਿੱਚ ਬਾਬਰ ਬਾਦਸ਼ਾਹ ਨੇ ਹਮਲਾ ਕੀਤਾ ਹਿੰਦੁਸਤਾਨ ਭਾਰਤ ਦੇ ਉੱਤੇ। ਬੜਾ ਕਤਲੇਆਮ ਹੋਇਆ, ਬੜੀ ਬਦਅਮਨੀ ਜਿਹੜੀ ਫੈਲ ਗਈ ਇਹ ਭਾਰਤ ਵਿੱਚ। ਉਸ ਵਕਤ ਭਲੇ ਮਾਨਸ ਜਿਹੜੇ ਬੰਦੇ ਸੀ ਉਹਨਾਂ ਦਾ ਰਹਿਣਾ ਬੜਾ ਔਖਾ ਹੋ ਗਿਆ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਿਤਾ ਫੇਰੂਮਲ ਜੀ ਉੱਥੇ ਰਹਿਣਾ ਠੀਕ ਨਹੀਂ ਸਮਝਿਆ। ਉੱਥੋਂ ਚੱਲ ਕੇ ਹਰੀਕੇ ਪੱਤਨ ਕੋਲ ਆਏ। ਇੱਥੇ ਵੀ ਠੀਕ ਨਹੀਂ ਰਿਹਾ, ਠੀਕ ਨਹੀਂ ਲੱਗਿਆ ਉਹਨਾਂ ਨੂੰ। ਬਾਅਦ ਵਿੱਚ ਉਹਨਾਂ ਦੀ ਜਿਹੜੀ ਭੈਣ ਸੀ ਪਿਤਾ ਫੇਰੂਮਲ ਜੀ ਦੀ, ਖੰਡੂਰ ਸੀ, ਉਹਨਾਂ ਦੀ ਬੇਨਤੀ ਕਰਨ ਤੇ ਉਹਨਾਂ ਦਾ ਜ਼ਿਆਦਾ ਕਹਿਣ ਤੇ ਪਿਤਾ ਫੇਰੂਮਲ ਜੀ ਖੰਡੂਰ ਵਿੱਚ ਆ ਗਏ। ਇੱਥੇ ਆਪਣੀ ਹੱਟੀ ਪਾ ਲਈ, ਆਪਣੀ ਦੁਕਾਨ ਪਾ ਲਈ, ਆਪਣਾ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੇ ਪਿਤਾ ਫੇਰੂਮਲ ਜੀ ਨੇ। ਇੱਥੇ ਹੀ ਪਿਤਾ ਫੇਰੂਮਲ ਜੀ ਦਾ ਦੇਹਾਂਤ ਹੋ ਗਿਆ, ਪੂਰੇ ਹੋ ਗਏ ਪਿਤਾ ਫੇਰੂਮਲ ਜੀ ਖੰਡੂਰ ਸਾਹਿਬ, ਭਾਈ ਲਹਿਣਾ ਜੀ ਦੇ ਪਿਤਾ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਭਾਈ ਲਹਿਣਾ ਜੀ ਦੇ ਪਿਤਾ ਪੂਰੇ ਹੋ ਗਏ, ਫਿਰ ਘਰ ਦੀ ਸਾਰੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਤੇ ਆ ਗਈ। ਸਾਰਾ ਕਾਰੋਬਾਰ ਉਹਨਾਂ ਨੇ ਸੰਭਾਲਿਆ। ਚੰਗੇ ਸਿਆਣੇ ਕਾਰੋਬਾਰੀ ਉਹ ਨਿਕਲੇ। ਹਰ ਇੱਕ ਨਾਲ ਸਾਫ਼ ਵਿਹਾਰ ਕਰਦੇ ਸੀ, ਕਿਸੇ ਨਾਲ ਕੋਈ ਧੋਖਾ ਧੜੀ ਨਹੀਂ ਕਰਦੇ ਸੀ, ਬੜੀ ਇਮਾਨਦਾਰੀ ਵਾਲੀ ਦੁਕਾਨਦਾਰੀ ਕਰਦੇ ਸੀ। ਸਾਰੇ ਨਗਰ ਵਿੱਚ ਉਹਨਾਂ ਦਾ ਪਿਆਰ ਬਣ ਗਿਆ, ਸਾਰੇ ਲੋਕਾਂ ਵਿੱਚ ਪਿਆਰ ਬਣ ਗਿਆ, ਸਾਰਿਆਂ ਨਾਲ ਮਿੱਤਰਤਾ ਹੋ ਗਈ, ਸਾਰਿਆਂ ਨਾਲ ਸਨੇਹ ਹੋ ਗਿਆ। ਚੰਗਾ ਨਾਂ ਭਾਈ ਲਹਿਣਾ ਜੀ ਦਾ ਨਗਰ ਵਿੱਚ ਫੈਲ ਗਿਆ ਵੀ ਬੜੇ ਨੇਕ ਚੰਗੇ ਇਨਸਾਨ ਹਨ। ਫਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ। 1581 ਵਿੱਚ ਬਿਕਰਮੀਆਂ ਮੁਤਾਬਕ ਭਾਈ ਲਹਿਣਾ ਜੀ ਦੇ ਘਰ ਦਾਸੂ ਜੀ ਨੇ ਜਨਮ ਲਿਆ। ਗੁਰੂ ਅੰਗਦ ਦੇਵ ਮਹਾਰਾਜ ਦੇ ਵੱਡੇ ਸਪੁੱਤਰ ਭਾਈ ਦਾਸੂ ਜੀ ਦਾ ਜਨਮ ਹੋਇਆ 1581 ਬਿਕਰਮੀ 'ਚ। ਫਿਰ ਕੋਈ 8 ਸਾਲ ਦੇ ਬਾਅਦ 1599 ਵਿੱਚ 1589 ਨੂੰ ਬੀਬੀ ਅਮਰੋ ਜੀ ਦਾ ਜਨਮ ਹੋਇਆ। ਫਿਰ 2 ਸਾਲਾਂ ਬਾਅਦ 1591 ਵਿੱਚ ਬੀਬੀ ਅਨੋਖੀ ਜੀ ਦਾ ਜਨਮ ਹੋਇਆ। ਫਿਰ 3 ਸਾਲਾਂ ਬਾਅਦ 1594 ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦਾਤੂ ਜੀ ਦਾ ਜਨਮ ਹੋਇਆ, ਅਵਤਾਰ ਹੋਇਆ। ਗੁਰੂ ਅੰਗਦ ਦੇਵ ਮਹਾਰਾਜ ਦੇ ਘਰ 2 ਧੀਆਂ ਤੇ 2 ਪੁੱਤਰ ਹੋਏ। 2 ਧੀਆਂ 2 ਸਾਹਿਬਜ਼ਾਦੇ ਹੋਏ। ਸਭ ਤੋਂ ਵੱਡੇ ਬਾਬਾ ਦਾਸੂ ਜੀ,
ਉਸ ਤੋਂ ਛੋਟੇ ਬੀਬੀ ਅਮਰੋ, ਉਸ ਤੋਂ ਛੋਟੇ ਬੀਬੀ ਅਨੋਖੀ ਜੀ, ਸਭ ਤੋਂ ਛੋਟੇ ਬਾਬਾ ਦਾਸੂ ਜੀ। ਗੁਰੂ ਅੰਗਦ ਦੇਵ ਮਹਾਰਾਜ ਦੇ ਜਿਹੜੇ ਪਿਤਾ ਜੀ ਸੀ ਫੇਰੂਮਲ ਜੀ, ਦੇਵੀ ਦੇ ਉਪਾਸ਼ਕ ਸੀ ਤੇ ਆਗੂ ਵੀ ਸੀ, ਉਸ ਪਿੰਡ ਦੇ ਆਗੂ ਵੀ ਸੀ। ਜਦੋਂ ਦੇਵੀ ਦੀ ਯਾਤਰਾ ਕਰਨ ਜਾਂਦੇ ਆਪ ਅੱਗੇ ਲੱਗਦੇ ਸੀ ਪਿਤਾ ਫੇਰੂਮਲ। ਉਹੀ ਜ਼ਿੰਮੇਵਾਰੀ ਡਿਊਟੀ ਸਾਰੀ ਚੰਗੇ ਤੇ ਨੇਕ ਜਾਣ ਕੇ ਭਾਈ ਲਹਿਣਾ ਜੀ ਨੂੰ ਪਿੰਡ ਦਿਆਂ ਨੇ ਦਿੱਤੀ ਵੀ ਤੁਸੀਂ ਉਸੇ ਤਰ੍ਹਾਂ ਹੀ ਆਗੂ ਰਹੋਗੇ ਜਿਵੇਂ ਤੁਹਾਡੇ ਪਿਤਾ ਸੀ। ਸਾਲ ਬਾਅਦ ਫਿਰ ਇਹ ਯਾਤਰਾ ਕਰਨ ਜਾਂਦੇ ਹੁੰਦੇ ਸੀ ਵੈਸ਼ਨੋ ਦੇਵੀ ਜੀ। ਉਸ ਵਕਤ ਬੜਾ ਭਰਮ ਸੀ ਸਾਧ ਸੰਗਤ ਜੀ ਸੰਸਾਰ ਦੇ ਵਿੱਚ, ਬਹੁਤ ਇਹ ਪੱਥਰ ਪੂਜਾ ਹੁੰਦੀ ਸੀ, ਮੂਰਤੀ ਪੂਜਾ ਲੋਕ ਕਰਦੇ ਸੀ। ਸਾਨੂੰ ਵਰਜਿਆ ਗੁਰੂ ਮਹਾਰਾਜ ਨੇ, ਮੂਰਤੀ ਪੂਜਾ ਨਹੀਂ ਕਰਨੀ, ਖੰਡਨ ਕੀਤਾ ਮਾਰ। ਬੁੱਤ ਪੂਜ ਪੂਜ ਹਿੰਦੂ ਮੂਏ, ਵਰਜਿਆ ਸੱਚੇ ਪਾਤਸ਼ਾਹ ਨੇ। ਕੋ ਬਤਾਨਕ ਪੂਜਤੈ ਪਸ ਕੋ ਮਿਰਤਾਨਕ ਪੂਜਨ ਧਾਇਓ, ਕੁਰ ਕਿਰਿਆ ਉਰਜਿਓ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇ। ਜੇ ਇਸ ਪਾਸੇ ਲੱਗ ਗਿਆ ਤੈਨੂੰ ਸ੍ਰੀ ਭਗਵਾਨ ਦੀ ਕੋਈ ਸਮਝ ਨਹੀਂ ਪਏਗੀ, ਤੇਰਾ ਜਨਮ ਨਾ ਹੋਇਆ ਵਰਗਾ ਦੁਨੀਆ 'ਤੇ। ਵਰਜਿਆ ਸਾਨੂੰ ਮਹਾਰਾਜ, ਸਾਨੂੰ ਜਾਗਤ ਜੋਤ ਨਾਲ ਜੁੜਿਆ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾਨੈ, ਪੂਰਨ ਪ੍ਰੇਮ ਪ੍ਰੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਨ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਨੂੰ ਮੰਨਣਾ ਹੈ, ਵੈਸੇ ਤਾਂ ਹਰੇਕ ਨੇ ਮੰਨਣਾ ਹੈ, ਪਰ ਅੰਮ੍ਰਿਤਧਾਰੀ ਨੇ ਬਿਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਗੈਰ ਕਿਤੇ ਮੱਥਾ ਨਹੀਂ ਟੇਕਣਾ ਹੈ, ਕਿਤੇ ਜਾਣਾ ਨਹੀਂ ਹੈ। ਜੇ ਕੁਛ ਮੰਗਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਹਰ ਪੱਖ ਤੋਂ ਭਾਵਨਾ ਤੇਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋਵੇ, ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ। ਪਰ ਉਸ ਵਕਤ ਬੜਾ ਪਖੰਡ ਸੀ, ਦੇਵੀ ਦੇਵਤਿਆਂ ਨੂੰ ਮੜੀ ਮਸਾਨ, ਸੰਤ ਸਾਧੂ ਮੱਠਾਂ ਦੀ ਪੂਜਾ ਹੁੰਦੀ ਸੀ। ਸਮੇਂ ਦੇ ਪ੍ਰਭਾਵ ਕਾਰਨ ਭਾਈ ਫੇਰੂਮਲ ਜੀ ਵੈਸ਼ਨੂ ਦੇ ਪੱਕੇ ਭਗਤ ਸੀ। ਉਹੀ ਡਿਊਟੀ ਜਿਹੜੀ ਸੀ ਭਾਈ ਲਹਿਣਾ ਜੀ ਨੂੰ ਸੌਂਪੀ ਗਈ। ਸਾਰੇ ਸੰਗ ਨੂੰ ਨਾਲ ਲੈ ਕੇ ਜਾਂਦੇ ਨੇ ਯਾਤਰਾ ਕਰਨ ਵਾਸਤੇ। ਉਵੇਂ ਤਰਸੂਲ ਜਿਵੇਂ ਪਿਤਾ ਦੇ ਹੱਥ 'ਚ ਫੜਾਉਂਦੇ, ਲਾਲ ਕੱਪੜਾ ਸਿਰ ਤੇ ਬੰਨ੍ਹਦੇ ਭਾਈ ਲਹਿਣਾ ਜੀ ਨੂੰ, ਉਸੇ ਤਰ੍ਹਾਂ ਡਿਊਟੀ ਜਿਹੜੀ ਆਪਣੇ ਪਿਤਾ ਦੀ ਜਿਹੜੀ ਜ਼ਿੰਮੇਵਾਰੀ ਉਵੇਂ ਨਿਭਾਉਣੀ ਪਈ। ਸੋ ਸਾਧ ਸੰਗਤ ਜੀ, ਇੱਕ ਦਿਨ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਸੀ ਭਾਈ ਜੋਧ, ਇਹ ਵੀ ਖੰਡੂਰ ਸਾਹਿਬ ਵਿੱਚ ਰਹਿੰਦਾ ਸੀ। ਇਹ ਕਰਤਾਰਪੁਰ ਜਾਂਦਾ ਹੀ ਰਹਿੰਦਾ ਸੀ, ਗੁਰੂ ਮਹਾਰਾਜ ਦੇ ਦਰਸ਼ਨ ਕਰਦਾ ਸੀ। ਇਹ ਸੱਚਾ ਸਿੱਖ ਸੀ, ਸਿੱਧਕੀ ਸਿੱਖ ਸੀ, ਹੁਕਮ ਮੰਨਣ ਵਾਲਾ ਸਿੱਖ ਸੀ। ਆਪਣਾ ਤਨ ਮਨ ਧਨ ਸਾਰਾ ਇਹਨੇ ਗੁਰੂ ਨੂੰ ਅਰਪਣ ਕੀਤਾ ਹੋਇਆ ਸੀ। ਭਾਈ ਜੋਧ, ਭਾਈ ਜੋਧ ਨੇ ਆਪਣਾ ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦਿੱਤਾ ਸੀ। ਸਿੱਖ ਉਹੀ ਹੁੰਦਾ ਹੈ ਜਿਹੜਾ ਗੁਰੂ ਨੂੰ ਆਪਣਾ ਸਾਰਾ ਕੁਝ, ਤਨ ਵੀ ਗੁਰੂ ਦਾ ਹੈ, ਧਨ ਵੀ ਗੁਰੂ ਦਾ ਹੈ। ਸਿੱਖਾ ਜਿੱਦਣ ਤੂੰ ਗੁਰੂ ਨਾਲ ਜੁੜ ਜਾਂਦਾ, ਤੇਰਾ ਸਿਰ ਵੀ ਗੁਰੂ ਗੋਬਿੰਦ ਸਿੰਘ ਦਾ ਹੈ, ਤਨ ਵੀ ਗੁਰੂ ਦਾ ਹੈ। ਤੂੰ ਮਨ ਮਰਜ਼ੀ ਕਿਉਂ ਕਰਦਾ ਹੈ? ਇਹ ਸਿਰ ਹੈ ਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਕਿਉਂ ਨਹੀਂ ਸਮਝਦਾ ਇਹ ਗੱਲ ਨੂੰ? ਗੁਰੂ ਵਾਲਾ ਬਣ ਕੇ, ਗੁਰੂ ਦਾ ਅੰਮ੍ਰਿਤ ਛਕ ਕੇ, ਗੁਰੂ ਦਾ ਬਾਣਾ ਪਾ ਕੇ ਤੂੰ ਗੁਰੂ ਨੂੰ ਛੱਡ ਕੇ ਜਾਂਦਾ, ਬੜੀਆਂ ਮਸਾਣੀਆਂ ਨੂੰ, ਪੱਥਰਾਂ ਨੂੰ ਪੂਜਦਾ ਹੈ। ਗੁਰੂ ਦੀ ਨਾਰਾਜ਼ਗੀ ਹੈ ਤੇਰੇ ਤੇ। ਤੂੰ ਗੁਰੂ ਦਾ ਸਿੱਖ ਕਿਧਰੋਂ ਹੋ ਸਕਦਾ? ਗੁਰੂ ਨੇ ਤੇ ਵਰਜਿਆ, ਗੁਰੂਆਂ ਨੇ ਤਾਂ ਪ੍ਰਚਾਰ ਹੀ, ਗੁਰੂ ਅਰਜਨ ਦੇਵ ਮਹਾਰਾਜ ਇਤਿਹਾਸ ਪੜ੍ਹੋ, ਉਹ ਰੋਕਣ ਵਾਸਤੇ ਕੀਤਾ ਮਹਾਰਾਜ ਨੇ।
ਇਹ ਸੱਚਾ ਸਿੱਖ ਸੀ ਭਾਈ ਜੋਧ। ਗੁਰੂ ਨਾਨਕ ਦੇਵ ਮਾਂ ਨੂੰ ਆਪਣਾ ਸਾਰਾ ਕੁਝ ਸਮਰਪਿਤ ਕਰ ਦਿੱਤਾ ਸੀ। ਗੁਰੂ ਦੇ ਲੜ ਲੱਗਾ ਸੀ। ਰੋਜ਼ ਅੰਮ੍ਰਿਤ ਵੇਲੇ ਉੱਠਦਾ ਸੀ, ਬਾਣੀ ਪੜ੍ਹਦਾ ਸੀ, ਇਸ਼ਨਾਨ ਕਰਦਾ ਸੀ, ਸਿਮਰਨ ਕਰਦਾ ਸੀ। ਇੱਕ ਦਿਨ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲਾ, ਜਦੋਂ ਸੰਭਿਆ, ਇਸ਼ਨਾਨ ਕੀਤਾ, ਬਾਹਰ ਖੂਹ 'ਤੇ ਜਾ ਕੇ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸੀ ਵੀ ਘਰਾਂ ਦੇ ਵਿੱਚ ਹੀ ਬੋਰ, ਘਰਾਂ ਦੇ ਵਿੱਚ ਬਾਥਰੂਮ, ਉਦੋਂ ਦਰਿਆਵਾਂ 'ਤੇ, ਨਦੀਆਂ 'ਤੇ ਜਾਂ ਕੋਈ ਖੂਹ ਹੁੰਦੇ, ਉੱਥੇ ਇਸ਼ਨਾਨ ਕਰਦੇ ਹੁੰਦੇ ਸੀ। ਅੱਜ ਇੰਨੇ ਸੌਖੇ ਸਾਧਨ ਨੇ ਸਾਡੇ ਕੋਲ, ਇੰਨਾ ਸੌਖਾ ਜੀਵਨ ਹੈ, ਫਿਰ ਵੀ ਅੰਮ੍ਰਿਤ ਵੇਲੇ ਨਹੀਂ ਉੱਠਦੇ ਇਸ਼ਨਾਨ ਕਰਨ। ਭਾਈ ਜੋਧ ਅੰਮ੍ਰਿਤ ਵੇਲੇ ਉੱਠਦਾ ਹੈ, ਪਹਿਰ ਰਾਤ ਰਹਿੰਦੀ, ਬਾਹਰ ਖੂਹੀ 'ਤੇ ਜਾ ਕੇ ਇਸ਼ਨਾਨ ਕਰਦਾ ਹੈ ਤੇ ਗੁਰੂ ਜੀ ਦਾ ਸ਼ਬਦ ਵੀ ਪੜ੍ਹਦਾ, ਪਿੰਨੀ ਰਹਿਣੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਕਹਿੰਦੇ ਨੇ ਭਾਈ ਲਹਿਣਾ ਜੀ ਵੀ ਉਸ ਵਕਤ ਉੱਥੇ ਖੂਹੀ 'ਤੇ ਪਹੁੰਚੇ ਇਸ਼ਨਾਨ ਕਰਨ ਵਾਸਤੇ। ਸ਼ਬਦ ਸੁਣਿਆ, ਮਨ ਨੂੰ ਬੜਾ ਸਕੂਨ ਮਿਲਿਆ, ਮਨ ਨੂੰ ਬੜਾ ਸੁੱਖ ਮਿਲਿਆ। ਜਦੋਂ ਭਾਈ ਸਾਹਿਬ ਨੇ ਬਾਣੀ ਦਾ ਸ਼ਬਦ ਪੜ੍ਹ ਲਿਆ, ਬਾਣੀ ਦਾ ਜਾਪ ਕਰ ਲਿਆ, ਗੁਰੂ ਜੀ ਦੀ ਬਾਣੀ ਸੁਣ ਕੇ ਬੜੀ ਧਰਵਾਸ ਮਨ ਨੂੰ ਮਿਲੀ, ਬੜਾ ਸਕੂਨ ਮਿਲਿਆ ਤੇ ਰਿਹਾ ਨਾ ਗਿਆ। ਭਾਈ ਲਹਿਣਾ ਜੀ ਨੇ ਪੁੱਛਿਆ, ਗੁਰਮੁਖਾ ਇਹ ਬਾਣੀ ਕਿਸ ਦੀ ਪੜ੍ਹਦਾ ਹੈ? ਭਾਈ ਜੋਧਾ ਜੀ ਕਹਿੰਦੇ ਨੇ, ਇਹ ਬਾਣੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਭਾਈ ਲਹਿਣਾ ਜੀ ਕਹਿੰਦੇ, ਉਹ ਕਿੱਥੇ ਹਨ? ਕਹਿੰਦੇ ਉਹਨਾਂ ਨੇ ਕਰਤਾਰਪੁਰ ਨਾਮ ਦਾ ਇੱਕ ਨਗਰ ਵਸਾਇਆ ਹੈ, ਜੋ ਰਾਵੀ ਦਰਿਆ ਦੇ ਕਿਨਾਰੇ 'ਤੇ ਵਸਾਇਆ। ਗੁਰੂ ਜੀ 9 ਨਿਧਾਂ ਦੇ 12 ਸਿੱਧਾਂ ਦੇ ਮਾਲਕ ਨੇ। ਆਪ ਪਾਰ ਬ੍ਰਹਮ ਪਰਮੇਸ਼ਰ ਨੇ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਸਰਬੱਗ ਸਤਿਗੁਰੂ ਨੇ, ਸਮਰੱਥ ਨੇ, ਦੀਨ ਦੁਨੀਆ ਦੇ ਮਾਲਕ ਨੇ ਗੁਰੂ ਨਾਨਕ ਦੇਵ ਮਹਾਰਾਜ। ਭਾਈ ਜੋਧ ਦੱਸ ਰਿਹਾ ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਕਹਿੰਦੇ, ਮੈਂ ਦਰਸ਼ਨ ਕਰ ਸਕਦਾ? ਭਾਈ ਜੋਧ ਕਹਿੰਦਾ, ਜੀ ਜ਼ਰੂਰ ਜੀ, ਜ਼ਰੂਰ ਦਰਸ਼ਨ ਕਰ ਸਕਦੇ। ਹਜ਼ਾਰਾਂ ਪਾਪੀ ਲੋਕ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਹਨ। ਉਹ ਪਾਪਾਂ ਦਾ ਨਾਸ਼ ਕਰਨ ਵਾਲੇ ਮਿਹਰਾਂ ਦੇ ਦਾਤੇ ਨੇ ਗੁਰੂ ਨਾਨਕ ਦੇਵ ਮਹਾਰਾਜ। ਜਨਮਾਂ ਜਨਮਾਂ ਦੀ ਮੈਲ ਲਾ ਦਿੰਦੇ ਨੇ, ਜਨਮਾਂ ਜਨਮਾਂ ਦੇ ਫੰਦ ਫਾਹੀਆਂ ਪਾਪ ਕੱਟ ਦਿੰਦੇ ਨੇ। ਮੈਂ ਵੀ ਉਹਨਾਂ ਦੇ ਚਰਨਾਂ ਨਾਲ ਜੁੜ ਕਰਕੇ ਇਹ ਜਿਹੜਾ ਸੁੱਖ ਹੈ, ਮਰਾਤਬਾ ਹਾਸਲ ਕੀਤਾ ਹੈ। ਮੇਰੀ ਮਨ ਦੀ ਭਟਕਣਾ ਮਿਟ ਗਈ ਹੈ, ਮੇਰਾ ਹਿਰਦਾ ਸ਼ਾਂਤ ਹੋ ਗਿਆ ਜਦੋਂ ਦੇ ਮੈਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਨੇ। ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਈ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਦੋਂ ਦੇ ਗੁਰੂ ਦੇ ਮੈਂ ਦਰਸ਼ਨ ਕੀਤੇ ਨੇ ਸਾਹਮਣੇ ਹੋ ਕੇ, ਉਹਦਾ ਮਨ ਨਿਹਾਲ ਹੋ ਗਿਆ, ਸ਼ਾਂਤ ਹੋ ਗਿਆ। ਭਾਈ ਲਹਿਣਾ ਜੀ ਕਹਿੰਦੇ, ਜਦੋਂ ਹੁਣ ਗਏ ਨਾ ਯਾਤਰਾ, ਕਰਤਾਰਪੁਰ ਜ਼ਰੂਰ ਹੋ ਕੇ ਆਵਾਂਗੇ। ਐਸੇ ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ। ਤੇ ਕਹਿੰਦੇ ਨੇ ਭਾਈ ਜੋਧ ਨੇ ਸ਼ਬਦ ਵੀ ਪੜ੍ਹਿਆ, ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਕਾਲੀਐ। ਪੌੜੀ ਹੈ ਆਸਾ ਦੀ ਵਾਰ ਦੀ, ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ। ਇਹ ਬਾਣੀ ਸੁਣ ਕੇ, ਸ਼ਬਦ ਸੁਣ ਕੇ ਵੀ ਬੜਾ ਮਨ ਨੂੰ ਸੁੱਖ ਮਿਲੇ। ਜਿਵੇਂ ਦੇਵੀ ਦੀਆਂ ਭੇਟਾਂ ਪੜ੍ਹਦੇ ਸੀ, ਮੰਤਰ ਪੜ੍ਹਦੇ ਸੀ, ਘਰ ਜਾ ਕੇ ਭੁੱਲ ਹੀ ਗਏ ਉਹ ਮੰਤਰ। ਇਹ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਯਾਦ ਆਈ ਜਾਂਦੀ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀ। ਜਿਸ ਦੀ ਸੇਵਾ ਕੀਤਿਆਂ ਸੁੱਖ ਮਿਲਦਾ ਹੈ, ਉਹ ਸਾਹਿਬ ਸਿਮਰਨਾ ਚਾਹੀਦਾ। ਸਾਧ ਸੰਗਤ ਜੀ, ਆਪਾਂ ਨੂੰ ਵੀ ਸਿੱਖਿਆ, ਜਿੱਥੇ ਕੁਛ ਹੈ ਹੀ ਨਹੀਂ, ਆਪਾਂ ਐਵੇਂ ਹੀ ਹਨੇਰੇ 'ਚ ਭਾਰ ਢੋਈ ਜਾਂਦੇ ਹਾਂ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਹੜੇ ਸਾਹਿਬ ਨੂੰ ਸਿਮਰਨ ਕੇ ਸੁੱਖ ਮਿਲਦਾ ਹੈ, ਉਹ ਸਾਹਿਬ ਨੂੰ ਸਿਮਰਨਾ ਚਾਹੀਦਾ ਹੈ। ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਕਾਲੀਏ। ਜਿਸ ਕਰਮ ਦਾ ਫਲ ਬੁਰਾ ਹੈ, ਦੁੱਖ ਹੈ,
ਉਹ ਕਰਮ ਨਹੀਂ ਕਰਨਾ ਚਾਹੀਦਾ। ਸਾ ਘਾਲ ਬੁਰੀ ਕਿਉਂ ਕਰ ਲਈਏ, ਉਹ ਬੁਰੀ ਘਾਲ ਕਿਉਂ ਕਮਾਈਏ। ਐਸੀ ਬੁਰੀ ਘਾਲ ਨਹੀਂ ਕਰਨੀ ਚਾਹੀਦੀ ਜਿਹਦਾ ਨਤੀਜਾ ਦੁੱਖ ਹੈ, ਪਾਪ ਹੈ। ਆਪਾਂ ਰੋਜ਼ ਰਹਿ ਰਾਸ ਵਿੱਚ ਵੀ ਪੜ੍ਹਦੇ ਹਾਂ ਲਾਸਟ ਸ਼ਬਦ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਉਹ ਸਾਹਿਬ ਦੀ ਟੇਕ ਲੈ, ਉਹ ਟੇਕ ਮਨ ਵਿੱਚ ਵਸਾ। ਜਿਹੜੀ ਟੇਕ ਲਿਆ, ਜਿੰਦਾ ਸਿਮਰਨ ਕੀਤਿਆਂ, ਜਿਹਨੂੰ ਯਾਦ ਕੀਤਿਆਂ, ਜਿੰਦਾ ਨਾਮ ਜਪਿਆ, ਤੇਰੇ ਦੁੱਖ ਚਲੇ ਜਾਂਦੇ ਨੇ। ਭਰਮਾਂ ਵਿੱਚ ਨਾ ਪੈ, ਪਖੰਡਾਂ ਵਿੱਚ ਨਾ ਪੈ। ਤੂੰ ਫਿਰਦਾ ਨਾ ਰਹਿ ਗੁਰੂ ਨੂੰ ਛੱਡ ਕੇ ਬਾਣੀ ਨੂੰ, ਕੁਝ ਹਾਸਲ ਨਹੀਂ ਹੋਣਾ ਤੈਨੂੰ। ਜੇ ਸੁੱਖ ਮਿਲਣਾ ਹੈ ਤੈਨੂੰ ਗੁਰੂ ਦੇ ਚਰਨਾਂ 'ਚ ਮਿਲਣਾ ਹੈ। ਜੋ ਸੁੱਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ। ਗੁਰੂ ਘਰ ਨਾਲ ਜੁੜ, ਬਾਣੀ ਨਾਲ ਜੁੜ, ਬਾਣੀ ਦੀ ਵਿਚਾਰ ਨਾਲ ਜੁੜ। ਬਾਣੀ ਦੀ ਵਿਚਾਰ ਆਪਣੇ ਘਰ 'ਚ ਆਪਣੇ 'ਤੇ ਲਾਗੂ ਕਰ, ਤੇਰੇ 'ਤੇ ਕਿਰਪਾ ਹੋਵੇਗੀ ਮਹਾਰਾਜ ਦੀ। ਭਾਈ ਲਹਿਣਾ ਜੀ ਦੇ ਮਨ ਵਿੱਚ ਇਹ ਵਿਚਾਰ ਬਣ ਗਈ ਕਿ ਮੈਂ ਐਸੇ ਗੁਰੂ ਦੇ ਜ਼ਰੂਰ ਦਰਸ਼ਨ ਕਰਨੇ ਨੇ, ਜਿੰਦੇ ਸ਼ਬਦ ਸੁਣਿਆ ਹੀ ਮਨ ਨੂੰ ਸੁੱਖ ਮਿਲਦਾ ਹੈ, ਸਕੂਨ ਮਿਲਦਾ ਹੈ। ਬੜੀ ਤਾਂਘ ਬਣ ਗਈ ਅੰਦਰ, ਬੜੀ ਖਿੱਚ ਪੈਦਾ ਹੋ ਗਈ। ਕਹਿੰਦੇ ਭਾਈ ਲਹਿਣਾ ਜੀ ਨੇ ਆਪਣੇ ਨੇਮ ਅਨੁਸਾਰ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਣਾ ਸੀ। 125 ਸਿੰਘਾਂ ਦਾ ਜਥਾ ਜਿਹੜਾ ਸੀ ਤਿਆਰ ਹੋਇਆ ਨਾਲ। ਮਾਫ ਕਰਨਾ, ਸਿੰਘ ਤਾਂ ਗੁਰੂ ਕੇ ਹੁੰਦੇ ਨੇ। ਉਹ 125 ਜਿਹੜੇ ਨਰ ਨਾਰੀ ਇਸਤਰੀਆਂ ਬੰਦੇ ਸੀ, ਉਹ ਤਿਆਰ ਹੋਏ ਨਾਲ ਜਾਣ ਵਾਸਤੇ। ਜਿਹੜੇ ਦੇਵੀ ਦੇ ਪਾਸ਼ਕ ਸੀ, ਭਗਤ ਸੀ। ਭਾਈ ਲਹਿਣਾ ਜੀ ਮੁਖੀ ਸੀ ਉਹਨਾਂ ਦੇ। ਜਿਵੇਂ ਗੱਲ ਆਪਣਾ ਹੱਥ 'ਚ ਤਰਸੂਲ ਫੜਨਾ, ਸਿਰ 'ਤੇ ਕੱਪੜਾ ਲਾਲ ਬੰਨ੍ਹਣਾ, ਇਹ ਅੱਗੇ ਲੱਗਦੇ ਸੀ। ਦਰਿਆ ਰਾਵੀ ਨੂੰ ਡੱਲੇ ਕੇ ਪੱਤਨ ਤੋਂ ਪਾਰ ਕਰਦੇ ਹੋਏ ਜਦੋਂ ਪੱਤਨ 'ਤੇ ਸੰਗ ਪਹੁੰਚਿਆ, ਇੱਕ ਸੰਗ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਵੀ ਕਰਤਾਰਪੁਰ ਸਾਹਿਬ ਜਾ ਰਿਹਾ। ਉਹ ਸੰਗ ਵਿੱਚ ਬੜੇ ਗੁਰੂ ਕੇ ਸਿੱਖ ਹਨ, ਗੁਰੂ ਕੀਆਂ ਸੰਗਤਾਂ ਹਨ, ਜਿਹੜੀਆਂ ਗੁਰੂ ਨਾਨਕ ਲੇਵਾ ਸੰਗਤਾਂ ਨੇ। ਉਹ ਗੁਰੂ ਨਾਨਕ ਦਾ ਜਸ ਕਰਦੀਆਂ, ਮਹਿਮਾ ਕਰਦੀਆਂ, ਉਸਤਤ ਕਰਦੀਆਂ, ਵਡਿਆਈ ਕਰਦੀਆਂ ਜਾ ਰਹੀਆਂ। ਉਹ ਮਹਿਮਾ ਨੂੰ ਸੁਣ ਕੇ ਭਾਈ ਲਹਿਣਾ ਜੀ ਦੇ ਮਨ ਵਿੱਚ ਫਿਰ ਵਲਵਲਾ ਉੱਠਿਆ ਮਹਾਰਾਜ ਦੇ ਦਰਸ਼ਨ ਕਰਨ ਦਾ, ਜਿਹੜਾ ਫੁਰਨਾ ਉਤਪੰਨ ਹੋਇਆ। ਸਾਰੇ ਸੰਗ ਨੂੰ ਪ੍ਰੇਰਨਾ ਕੀਤੀ, ਚਲੋ ਗੁਰੂ ਮਹਾਰਾਜ ਦੇ ਦਰਸ਼ਨ ਕਰ ਚੱਲੀਏ, ਕਰਤਾਰਪੁਰ ਨੇੜੇ ਹੀ ਹੈ। ਬੜੇ ਕਰਨੀ ਵਾਲੇ ਹਨ ਸਤਿਗੁਰ, ਬੜੇ ਸਰਬੱਗ ਹਨ, ਸਮਰੱਥ ਹਨ, ਜਿਨ੍ਹਾਂ ਦੀ ਬਾਬਤ ਬੜਾ ਕੁਝ ਸੁਣਿਆ। ਆਓ ਅੱਜ ਉਹਨਾਂ ਦੇ ਦਰਸ਼ਨ ਕਰ ਚੱਲੀਏ। ਸਾਰਾ ਸੰਗ ਤਿਆਰ ਹੋ ਗਿਆ। ਭਾਈ ਲਹਿਣਾ ਜੀ ਘੋੜਾ ਨਾਲ ਰੱਖਦੇ ਸੀ। ਜਦੋਂ ਯਾਤਰਾ ਸਮੇਂ ਥੱਕ ਜਾਂਦੇ ਸੀ, ਫਿਰ ਘੋੜੇ ਦੀ ਸਵਾਰੀ ਕਰਦੇ। ਸਾਰਾ ਸੰਗ ਤੁਰਿਆ ਜਾਂਦਾ ਹੋਇਆ ਅੱਗੇ ਲੰਘ ਗਿਆ। ਭਾਈ ਲਹਿਣਾ ਜੀ ਪਿੱਛੇ ਰਹਿ ਗਏ ਸੀ। ਜਦੋਂ ਪਿੱਛੇ ਰਹਿ ਗਏ, ਇੱਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਖੇਤਾਂ ਵਿੱਚੋਂ ਆ ਰਹੇ ਸੀ ਕਰਤਾਰਪੁਰ ਸਾਹਿਬ ਜਾਣ ਵਾਸਤੇ। ਬਜ਼ੁਰਗ ਅਵਸਥਾ ਸੀ ਮਹਾਰਾਜ, ਚਿੱਟਾ ਦਾੜਾ ਸੀ ਮਹਾਰਾਜ ਦਾ। ਬਜ਼ੁਰਗ ਜਾਣ ਕੇ ਭਾਈ ਲਹਿਣਾ ਜੀ ਨੇ ਪੁੱਛਿਆ, ਬਾਬਾ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ, ਕਿੱਥੇ ਹੈ ਉਹਨਾਂ ਦਾ ਸਥਾਨ, ਉਹਨਾਂ ਦਾ ਘਰ, ਉਹਨਾਂ ਦਾ ਡੇਰਾ ਸਥਾਨ ਕਿੱਥੇ ਹੈ? ਗੁਰੂ ਬਾਬਾ ਜੀ ਕਹਿੰਦੇ, ਹਾਂ ਪੁਰਸ਼ਾ, ਇੱਥੇ ਨੇੜੇ ਹੀ ਹੈ, ਮੈਂ ਵੀ ਉੱਥੇ ਹੀ ਜਾਣਾ।
ਤੇ ਭਾਈ ਲਹਿਣਾ ਜੀ ਕਹਿੰਦੇ ਮੈਂ ਉਹਨਾਂ ਦੀ ਸੋਭਾ ਬੜੀ ਸੁਣੀ ਹੈ। ਦੇਵੀ ਦੇ ਦਰਸ਼ਨ ਕਰਨ ਜਾ ਰਿਹਾ ਸੀ, ਚਿੱਤ ਵਿੱਚ ਆਇਆ ਕਿ ਮੈਂ ਗੁਰੂ ਦੇ ਦਰਸ਼ਨ ਕਰ ਚੱਲਾਂ। ਗੁਰੂ ਬਾਬਾ ਜੀ ਪੁੱਛਦੇ ਨੇ ਕਿਹੜੇ ਪਰਗਨੇ ਤੋਂ ਆ ਰਿਹਾ ਹੈ? ਕਹਿੰਦੇ ਜਲਾਲਾਬਾਦ ਦੇ ਪਰਗਨੇ ਵਿੱਚੋਂ ਆ ਰਿਹਾ, ਖੰਡੂਰ ਪਿੰਡ ਹੈ। ਪਹਿਲਾਂ ਸਾਡਾ ਪਿੰਡ ਕਹਿੰਦੇ ਮੱਤੇ ਦੀ ਸਰਾਂ ਹੁੰਦਾ ਸੀ। ਮੈਂ ਹਰ ਸਾਲ ਦੇਵੀ ਦੇ ਦਰਸ਼ਨ ਕਰਨ ਜਾਂਦਾ ਤੇ ਗੁਰੂ ਮਹਾਰਾਜ ਜੀ ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਲਹਿਣਾ। ਮਹਾਰਾਜ ਕਹਿੰਦੇ ਨਾਂ ਤਾਂ ਬਹੁਤ ਸੋਹਣਾ। ਮਹਾਰਾਜ ਨੇ ਆਪਣੇ ਚਿਹਰੇ ਤੇ ਇੱਕ ਮੁਸਕਰਾਹਟ ਜੀ ਲੈ ਕੇ ਕਿਹਾ ਨਾਂ ਤਾਂ ਸੋਹਣਾ ਹੈ। ਗੁਰੂ ਜੀ ਪੈਦਲ ਜਾ ਰਹੇ ਨੇ, ਉਹ ਘੋੜੇ ਤੇ ਸਵਾਰ ਹੈ। ਘੋੜੇ ਉੱਤੇ ਚੜ੍ਹੇ ਹੋਏ ਗੱਲਾਂ ਕਰਦੇ ਜਾ ਰਹੇ ਨੇ ਗੁਰੂ ਬਾਬਾ ਜੀ ਨਾਲ। ਮਹਾਰਾਜ ਪੈਦਲ ਤੁਰੇ ਜਾ ਰਹੇ, ਧੰਨ ਗੁਰੂ ਨਾਨਕ ਦੇਵ ਮਹਾਰਾਜ। ਭਾਈ ਲਹਿਣਾ ਜੀ ਨੂੰ ਧਰਮਸ਼ਾਲਾ ਵੱਲ ਭੇਜ ਕੇ ਮਹਾਰਾਜ ਆਪ ਘਰ ਚਲੇ ਗਏ। ਫਿਰ ਮਹਾਰਾਜ ਬਸਤਰ ਬਦਲ ਕੇ ਸੰਗਤਾਂ ਨੂੰ ਦਰਸ਼ਨ ਕਰਨ ਵਾਸਤੇ ਆਉਂਦੇ। ਹੁਣ ਸਾਧ ਸੰਗਤ ਜੀ, ਭਾਈ ਲਹਿਣਾ ਜੀ ਨੂੰ ਪਹਿਲੀ ਵਾਰ ਮਹਾਰਾਜ ਦੇ ਦਰਸ਼ਨ ਹੋਏ ਸੀ ਰਸਤੇ ਵਿੱਚ। ਕੋਈ ਵਿਚੋਲਾ ਨਹੀਂ ਸੀ ਜਿਹੜਾ ਦੱਸ ਸਕਦਾ ਹੋਵੇ ਵੀ ਜਿੰਦੀ ਤੇਰੇ ਅੰਦਰ ਤਾਂਘ ਹੈ ਦਰਸ਼ਨਾਂ ਦੀ, ਉਹ ਇਹੀ ਸਤਿਗੁਰ ਨੇ। ਸੋ ਸਾਧ ਸੰਗਤ ਜੀ, ਭਾਈ ਲਹਿਣਾ ਜੀ ਜਦੋਂ ਘੋੜਾ ਬੰਨ੍ਹ ਕੇ ਧਰਮਸ਼ਾਲਾ ਦੇ ਵਿੱਚ ਜਾਂਦੇ ਨੇ, ਦੇਖਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਉਹੀ ਸੱਚੇ ਪਾਤਸ਼ਾਹ ਨੇ, ਬਿਰਾਜਮਾਨ ਨੇ, ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਜਦੋਂ ਦੇਖਿਆ ਸੰਗਤਾਂ ਨਿਹਾਲ ਹੋ ਰਹੀਆਂ ਹਨ, ਬਹੁਤ ਸੰਗਤ ਬੈਠੀ, ਉਹ ਵੀ ਸੰਗ ਪਹੁੰਚ ਗਿਆ ਜਿਹੜਾ ਭਾਈ ਲਹਿਣਾ ਜੀ ਤੇ ਅੱਗੇ ਲੰਘ ਗਿਆ ਸੀ, ਜਿਹਦੇ ਨਾਲ ਭਾਈ ਲਹਿਣਾ ਜੀ ਆਏ ਸੀ, ਜਿਹੜੇ ਦੇਵੀ ਦੇ ਉਪਾਸਕ ਸੀ। ਉਹ ਵੀ ਸਾਰਾ ਸੰਗ ਉੱਥੇ ਬੈਠਾ ਹੋਇਆ। ਭਾਈ ਲਹਿਣਾ ਵੀ ਸੰਗਤ ਵਿੱਚ ਬੈਠ ਗਿਆ। ਕਹਿੰਦੇ ਜਦੋਂ ਸਾਰੀ ਸੰਗਤ ਬੈਠੀ ਹੋਈ ਸੀ, ਇਸ ਤਰ੍ਹਾਂ ਵੀ ਦੱਸਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਬਾਅਦ ਵਿੱਚ ਆ ਕੇ ਸਭ ਨੂੰ ਦਰਸ਼ਨ ਦੇ ਦਿੱਤੇ। ਜਦੋਂ ਦਰਸ਼ਨ ਕੀਤੇ ਭਾਈ ਲਹਿਣਾ ਜੀ ਨੇ ਬੜੇ ਸ਼ਰਮਿੰਦੇ ਜਿਹੇ ਹੋਏ, ਬੜੇ ਮਨ ਵਿੱਚ ਮਹਿਸੂਸ ਕਰਨ ਲੱਗੇ ਕਿੰਨੀ ਵੱਡੀ ਅਵੱਗਿਆ ਹੋ ਗਈ, ਕਿੰਨੀ ਵੱਡੀ ਭੁੱਲ ਹੋ ਗਈ। ਗੁਰੂ ਜੀ ਪੈਦਲ ਤੇ ਮੈਂ ਘੋੜੇ ਤੇ ਚੜ੍ਹਿਆ। ਇਹ ਮਹਾਂਪੁਰਸ਼ਾਂ ਦੀ ਨਰਾਦਰੀ ਹੈ, ਸਤਿਗੁਰ ਦੀ ਨਰਾਦਰੀ ਹੈ। ਗੁਰੂ ਮਹਾਰਾਜ ਉੱਚੇ ਹੋਣ, ਗੁਰੂ ਮਹਾਰਾਜ ਨੀਵੇਂ ਹੋਣ, ਆਪਾਂ ਉੱਚੇ ਥਾਂ ਤੇ ਬੈਠੀਏ ਵੀ ਮਹਾਰਾਜ ਦਾ ਨਰਾਦਰ ਅਕਸਰ ਕਈ ਘਰਾਂ ਵਿੱਚ ਹੁੰਦਾ ਹੈ। ਮਹਾਰਾਜ ਨੀਵੇਂ, ਆਪ ਉੱਚੇ ਬੈਠੇ ਹੁੰਦੇ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਆਉਂਦੇ ਨੇ, ਉਦੋਂ ਆਪਾਂ ਨੀਵੇਂ ਕੁੰਜੇ ਬਹਿਣਾ, ਥੱਲੇ ਬਹਿਣਾ। ਮਹਾਰਾਜ ਦਾ ਉੱਚਾ ਆਸਣ ਲਾਉਣਾ, ਸੱਚੇ ਪਾਤਸ਼ਾਹ ਸਤਿਕਾਰ। ਭਾਈ ਲਹਿਣਾ ਜੀ ਕਹਿਣਗੇ ਤਾਂ ਮੈਂ ਗੁਰੂ ਮਹਾਰਾਜ ਦੀ ਨਰਾਦਰੀ ਕਰਤੀ। ਮੈਂ ਘੋੜੇ ਤੇ, ਮਹਾਰਾਜ ਪੈਦਲ ਚੱਲ ਕੇ ਆਏ। ਛੇਤੀ ਨਾਲ ਉੱਠੇ ਤੇ ਅੱਗੇ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕਦੇ ਸਾਰ ਮਨ ਦੇ ਭਰਮ ਦੂਰ ਹੋ ਗਏ, ਅਗਿਆਨਤਾ ਦੇ ਦਰਵਾਜ਼ੇ ਟੁੱਟ ਗਏ, ਗਿਆਨ ਹੋ ਗਿਆ। ਗੁਰੂ ਜੀ ਦੇ ਲਾਹੀ ਨੂਰ ਵਾਲੇ ਚਿਹਰੇ ਵੱਲ ਦੇਖ ਕੇ ਖਿੱਚੇ ਗਏ। ਆਪਣੀ ਆਪ ਦੀ ਹੋਸ਼ ਨਾ ਰਹੀ, ਸਭ ਕੁਝ ਭੁੱਲ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਲਹਿਣਿਆ ਬੋਲ ਸਤ ਕਰਤਾਰ। ਸਤ ਕਰਤਾਰ ਭਾਈ ਲਹਿਣਾ ਜੀ ਦੀ ਜ਼ਬਾਨੋਂ ਨਿਕਲਿਆ। ਜ਼ਬਾਨ ਪਵਿੱਤਰ ਹੋ ਗਈ, ਜਨਮ ਜਨਮ ਦੀ ਮੈਲ ਉਤਰ ਗਈ। ਦਾਤਾ ਮੈਨੂੰ ਬਖਸ਼ ਲਓ, ਮੇਥੋਂ ਭੁੱਲ ਹੋ ਗਈ, ਮੈਂ ਆਪ ਦੇ ਨਾਲ ਘੋੜੇ ਤੇ ਚੜ੍ਹਿਆ ਆ। ਗੁਰੂ ਬਾਬਾ ਜੀ ਕਹਿੰਦੇ ਜਗਤ ਵਿੱਚ ਇਹ ਛੋਟੀਆਂ ਜਿਹੀਆਂ ਗੱਲਾਂ ਨੇ, ਕੋਈ ਵੱਡੀ ਗੱਲ ਨਹੀਂ ਹੈ। ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ ਪੁਰਸ਼ਾ। ਜੋ ਤੇਰੇ ਅੰਦਰ ਹੈ ਸੋ ਮੇਰੇ ਅੰਦਰ ਹੈ। ਤੂੰ ਲੈਣਾ ਹੈ, ਕੁਝ ਲੈ ਕੇ ਰਹੇਗਾ। ਗੁਰੂ ਜੀ ਦਾ ਬਚਨ ਸੀ ਪਹਿਲੇ ਦਿਨ, ਤੂੰ ਲੈਣਾ ਹੈ, ਕੁਝ ਲੈ ਕੇ ਰਹੇਗਾ। ਉਹ ਜੋ ਪ੍ਰਾਪਤੀ ਨਹੀਂ ਹੋਈ ਸੀ ਨਾ, ਲੈ ਕੇ ਰਹੇਗਾ। ਆਉਣ ਵਾਲੇ ਸਮੇਂ ਦਾ ਭਵਿੱਖਤ ਕਾਲ ਦਾ ਬਚਨ, ਰਹੇਗਾ, ਕੁਛ ਲੈ ਕੇ ਰਹੇਗਾ।
ਤੇ ਫਿਰ ਇਹ ਵੀ ਵਿਚਾਰ ਮਿਲਦੀ ਹੈ ਇਤਿਹਾਸ ਦੀ। ਮਹਾਰਾਜ ਕਹਿੰਦੇ ਜਿਹੜੇ ਲੈਣ ਵਾਲੇ ਹੁੰਦੇ ਨੇ ਉਹ ਚੜ੍ਹ ਕੇ ਆਉਂਦੇ ਨੇ, ਜਿਹੜੇ ਦੇਣ ਵਾਲੇ ਹੁੰਦੇ ਨੇ ਉਹ ਪੈਦਲ ਹੀ ਤੁਰਿਆ ਕਰਦੇ ਨੇ। ਜਿਹੜੇ ਲੈਣ ਵਾਲੇ ਹੁੰਦੇ, ਤੇਰਾ ਨਾਂ ਲੈਣਾ ਹੈ, ਤੂੰ ਲੈਣ ਵਾਲੇ ਚੜ੍ਹ ਕੇ ਆਇਆ ਕਰਦੇ ਨੇ। ਇਹ ਵੀ ਬਚਨ ਇਤਿਹਾਸ ਦੇ ਮਿਲਦੇ ਨੇ। ਗੁਰੂ ਜੀ ਦੀ ਮਹਿਮਾ ਜਿਹੜੀ ਸੁਣੀ ਸੀ ਉਸ ਨਾਲੋਂ ਵੱਧ ਦੇਖਿਆ ਮਹਾਰਾਜ ਨੇ। ਜਿੰਨੀ ਵਡਿਆਈ ਸੁਣੀ ਸੀ ਉਸ ਤੋਂ ਬਹੁਤੀ ਮਹਿਮਾ ਦੇਖੀ ਮਹਾਰਾਜ ਦੀ। ਤੇ ਕਹਿੰਦੇ ਮੂੰਹ ਦੇ ਵਿੱਚੋਂ ਨਿਕਲ ਗਿਆ, ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ। ਸੋਭਾ ਸੁਣੀ ਸੀ ਨਾ ਭਾਈ ਜੋ ਤੋਂ, ਭਾਈ ਸ਼ੀਆਂ ਤੋਂ। ਸ਼ੀਂਹ ਦਾ ਵੀ ਸੁਣਨ ਵਾਲੀ ਵਿਚਾਰ ਸਾਧ ਸੰਗਤ ਜੀ, ਪਰ ਸਮਾਂ ਇਸ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤੇ, ਨਿਹਾਲ ਹੋ ਗਿਆ। ਸੁੱਧ ਬੁੱਧ ਹੀ ਭੁੱਲ ਗਿਆ। ਰਾਤ ਪਈ ਧਰਮਸ਼ਾਲਾ ਵਿੱਚ ਆਰਾਮ ਕੀਤਾ। ਕਹਿੰਦੇ ਰਾਤ ਨੂੰ ਉੱਥੇ ਕਰਤਾਰਪੁਰ ਜਦੋਂ ਆਰਾਮ ਕਰ ਰਹੇ ਸੀ ਧਰਮਸ਼ਾਲਾ ਵਿੱਚ, ਭਾਈ ਲਹਿਣਾ ਜੀ ਨੂੰ ਸੁਪਨਾ ਆਇਆ। ਸੁਪਨੇ ਵਿੱਚ ਕੀ ਦੇਖਦੇ ਨੇ ਕਿ ਜਿਹੜੀ ਵੈਸ਼ਨੋ ਦੇਵੀ ਤੇ ਜਾਂਦੇ ਨੇ ਸੰਗ ਲੈ ਕੇ ਯਾਤਰਾ ਕਰ, ਉਹ ਝਾੜੂ ਫੜ ਕੇ ਸੇਵਾ ਕਰ ਰਹੀ ਹੈ ਗੁਰੂ ਨਾਨਕ ਦੀ ਧਰਮਸ਼ਾਲਾ ਦੇ ਵਿੱਚ, ਦਰਬਾਰ ਵਿੱਚ। ਸਾਧ ਸੰਗਤ ਜੀ, ਇਹ ਇਤਿਹਾਸ ਦੀ ਗੱਲ ਹੈ, ਪਰ ਸੱਚੇ ਪਾਤਸ਼ਾਹ ਦੇ ਸਾਰੇ ਸੇਵਾਦਾਰ ਨੇ। ਆਪ ਇੱਕੋ ਹੀ ਸਾਹਿਬ ਹੈ ਨਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਹੈ, ਦੇਵੀ ਦੇਵਤੇ ਸਾਰੇ ਉਹਦੇ ਚੇਲੇ ਬਲ ਕੇ ਨੇ, ਸੇਵਾਦਾਰੀ ਨੇ, ਚਾਕਰੀ ਕਰਨ ਵਾਲੇ ਨੇ ਮਹਾਰਾਜ ਦੇ। ਸੁਪਨੇ ਵਿੱਚ ਦੇਖਦਾ ਭਾਈ ਲਹਿਣਾ ਕਿ ਦੇਵੀ ਵੈਸ਼ਨੋ ਦੇਵੀ ਜਿਹੜੀ ਝਾੜੂ ਫੇਰ ਰਹੀ ਹੈ, ਪ੍ਰੇਮ ਨਾਲ ਸੇਵਾ ਕਰਕੇ ਲੋਪ ਹੋ ਗਈ। ਕਈਆਂ ਨੇ ਇਸ ਤਰ੍ਹਾਂ ਵੀ ਵਿਚਾਰ ਦੱਸਦੇ ਨੇ ਕਿ ਜਿਹੜੀ ਧੂੜ ਹੁੰਦੀ ਹੈ, ਇਕੱਠੀ ਹੁੰਦੀ ਹੈ ਧੂੜ, ਜਦੋਂ ਝਾੜੂ ਆਪਾਂ ਲਾਉਂਦੇ ਹਾਂ, ਮਿੱਟੀ ਇਕੱਠੀ ਹੁੰਦੀ ਹੈ, ਉਹ ਲੈ ਜਾਂਦੀ ਹੈ। ਕਹਿੰਦੇ ਮੈਂ ਉਹੀ ਸੰਗਤਾਂ ਨੂੰ ਦੇ ਦਿੰਦਾ, ਸੰਗਤ ਠੀਕ ਹੁੰਦੀ ਹੈ। ਦੇਖਦੇ ਨੇ ਸੇਵਾ ਕਰਕੇ ਅਲੋਪ ਹੋ ਗਈ ਦੇਵੀ। ਜਦੋਂ ਅੱਖਾਂ ਖੁੱਲੀਆਂ ਭਾਈ ਲਹਿਣਾ ਜੀ ਦੀਆਂ, ਉੱਠ ਕੇ ਬੈਠ ਗਿਆ, ਹੈ ਇੱਥੇ ਵੈਸ਼ਨੋ ਦੇਵੀ ਵੀ ਸੇਵਾ ਕਰ ਲਾਉਂਦੀ। ਇੱਥੇ ਸਾਧ ਸੰਗਤ ਜੀ ਬੇਨਤੀ ਕਰਦੀ ਹੈ, ਕਈਆਂ ਨੇ ਦੇਵੀ ਦਾ ਹੋਰ ਨਾਮ ਵੀ ਲਿਆ ਇਤਿਹਾਸ ਵਿੱਚ, ਜਿਵੇਂ ਜਵਾਲਾਮੁਖੀ, ਹੋਰ ਵੀ ਨਾਂ। ਇਹ ਸ੍ਰੀ ਗੁਰੂ ਨਾਨਕ ਚਮਤਕਾਰ ਵਿੱਚ ਵੈਸ਼ਨੋ ਦੇਵੀ ਦਾ ਨਾਮ ਆਉਂਦਾ। ਕਹਿਣ ਲੱਗੇ ਇੱਥੇ ਦੇਵੀ ਜਿਹਦੀ ਅਸੀਂ ਯਾਤਰਾ ਕਰਨ ਜਾਂਦੇ ਹਾਂ, ਸੰਗ ਲੈ ਕੇ ਜਾਂਦੇ ਹਾਂ ਕਈ ਸਾਲਾਂ, ਉਹ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਦਾਸੀ, ਉਹ ਵੀ ਘਰ ਦੀ ਚਾਕਰੀ ਕਰਦੀ, ਉਹ ਵੀ ਸੇਵਾ ਕਰਦੀ। ਕਹਿਣਗੇ ਤਾਂ ਫਿਰ ਆਪ ਪਰਮਾਤਮਾ ਨੇ, ਇਹ ਤਾਂ ਆਪ ਪਰਮੇਸ਼ਰ ਨੇ, ਇਹ ਤਾਂ ਆਪ ਰੱਬ ਨੇ। ਹੁਣ ਮਨ ਬਣਾ ਲਿਆ ਮੈਂ ਇੱਥੋਂ ਅੱਗੇ ਨਹੀਂ ਜਾਵਾਂਗਾ। ਜਦੋਂ ਰੱਬ ਹੀ ਮਿਲ ਗਿਆ, ਹੋਰ ਕੀ, ਕਿਸੇ ਦੀ ਕੀ ਲੋੜ ਹੈ। ਹੁਣ ਦੇਖੋ ਕਿੱਡੀ ਗਿਆਨ ਦੀ ਗੱਲ ਹੈ। ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰ ਬ੍ਰਹਮ ਪਰਮੇਸ਼ਰ ਹੀ ਮਿਲ ਗਿਆ, ਹੋਰ ਚਾਹਨਾ ਤਾਂ ਨਹੀਂ ਹੋਣੀ ਚਾਹੀਦੀ। ਮਨਾ ਜੁੜ ਜਾ ਗੁਰੂ ਮਹਾਰਾਜ ਦੇ ਨਾਲ, ਗੁਰੂ ਚਰਨਾਂ ਨਾਲ, ਬਾਣੀ ਨਾਲ ਜੁੜ ਜਾ। ਭਾਈ ਲਹਿਣਾ ਕਹਿੰਦਾ ਮੈਂ ਇੱਥੋਂ ਅੱਗੇ ਨਹੀਂ ਜਾਵਾਂਗਾ। ਇਹ ਆ ਕੇ ਉਸਨੇ ਦੇਵੀ ਦੇ ਲਾਲ ਬਸਤਰ ਜਿਹੜੇ ਆਪਣੇ ਸਿਰ ਤੇ ਬੰਨਿਆ ਸੀ ਉਹ ਵੀ ਤਾਰਤਾ, ਤਰਸੂਲ ਫੜਿਆ ਸੀ ਉਹ ਵੀ ਸੱਟ ਦਿੱਤਾ, ਸਿੰਪਲ ਬਸਤਰ, ਚਿੱਟੇ ਬਸਤਰ ਪਾ ਲਏ। ਸਵੇਰ ਹੋਈ, ਸੰਗ ਜਿਹੜਾ ਸੀ ਨਾਲ ਆਇਆ, ਦੇਵੀ ਦੇ ਪਾਸ ਤਿਆਰ ਹੋਈ, ਚਲੋ ਭਾਈ ਲਹਿਣਾ ਹੀ ਚੱਲੀਏ ਅੱਗੇ। ਕਹਿੰਦੇ ਨਹੀਂ ਤੁਸੀਂ ਜਾਓ, ਮੈਂ ਨਹੀਂ ਅੱਗੇ ਜਾਣਾ। ਭਗਤੀ ਦਾ ਸੱਚਾ ਮਾਰਗ ਮੈਨੂੰ ਹੁਣ ਦਿਸ ਪਿਆ ਹੈ। ਇਹੋ ਹੀ ਅੱਜ ਤੋਂ ਸਾਡੇ ਸਤਿਗੁਰੂ ਨੇ, ਮੈਂ ਇਹਨਾਂ ਦੇ ਮਾਰਗ ਚੱਲਾਂਗਾ, ਮੈਨੂੰ ਸਹੀ ਮਾਰਗ ਦਿਸ ਪਿਆ ਹੈ। ਪੱਥਰ ਦੀ ਪੂਜਾ ਕਰਦਿਆਂ ਸਾਰੀ ਉਮਰ ਮੈਂ ਗਵਾ ਲਈ ਹੈ, ਉਹ ਪਛਤਾਵਾ ਹੁਣ ਮੈਨੂੰ ਲੱਗਿਆ। ਉਸ ਪਛਤਾਵਾ
ਉਸ ਪਛਤਾਵੇ ਨੂੰ ਹੁਣ ਮੈਂ ਦੂਰ ਕਰਨਾ ਹੈ ਗੁਰੂ ਚਰਨਾਂ ਨਾਲ ਜੁੜ ਕੇ। ਜਿਹੜੀ ਸਾਰੀ ਉਮਰ ਮੈਂ ਗਵਾ ਲਈ ਹੈ ਪੱਥਰ ਦੀ ਪੂਜਾ ਕਰਕੇ, ਉਸ ਦਾ ਪਛਤਾਵਾ ਮੈਨੂੰ ਲੱਗਿਆ ਹੈ। ਮੈਂ ਹੁਣ ਇੱਥੇ ਹੀ ਬੈਠ ਕੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦਾ ਹੀ ਪਾਤਰ ਬਣਾਂਗਾ। ਭਾਈ ਰੇ ਸੰਤ ਜਨਾਂ ਕੀ ਰੇਨ, ਸੰਤ ਸਭਾ ਗੁਰ ਪਾਈਐ, ਮੁਕਤ ਪਦਾਰਥ ਧੇਨ। ਬੜਾ ਸੰਗੀਆਂ ਨੇ ਸਮਝਾਇਆ, ਸਾਥੀਆਂ ਨੇ ਬੜਾ ਸਮਝਾਇਆ, ਪਰ ਭਾਈ ਲਹਿਣਾ ਜੀ ਨੇ ਇੱਕ ਨਾ ਮੰਨੀ, ਅੱਗੇ ਨਾ ਗਏ। ਜਿਹੜੇ ਬਾਕੀ ਸੰਗ ਦੇ ਸੀ ਉਹ ਸਾਰੇ ਤੁਰ ਗਏ। ਭਾਈ ਲਹਿਣਾ ਜੀ 7 ਦਿਨ ਕਰਤਾਰਪੁਰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਰਹੇ। 7 ਦਿਨਾਂ ਦੇ ਬਾਅਦ ਆਪਣੇ ਖੰਡੂਰ ਸਾਹਿਬ ਵਾਪਸ ਗਏ। ਆਪਣਾ ਕਾਰੋਬਾਰ ਦੇਖਿਆ, ਹੱਟੀ ਬੱਟੀ ਜਿਹੜੀ ਸੀ, ਪਰ ਉਧਰ ਧਿਆਨ ਨਹੀਂ ਹੁਣ ਲੱਗਦਾ। ਹੁਣ ਖਿਆਲ ਗੁਰੂ ਮਹਾਰਾਜ ਦੇ ਚਰਨਾਂ 'ਚ ਹੀ ਹੈ। ਗੁਰੂ ਮਹਾਰਾਜ ਦੇ ਉਹ ਪਾਵਨ ਬਚਨ, ਪਾਵਨ ਦਰਸ਼ਨ, ਇਸਤਰੀ ਬੱਚਿਆਂ ਦਾ ਮੋਹ ਨਹੀਂ ਰਿਹਾ। ਬਸ ਅੱਖਾਂ ਤੇ ਦਿਲ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੀ ਮੂਰਤ ਵਸੀ ਹੋਈ ਹੈ। ਹੁਣ ਮਾਲਕ ਪਰਮਾਤਮਾ ਗੁਰੂ ਨਾਨਕ ਹੀ ਨਜ਼ਰ ਆਉਂਦਾ ਹੈ, ਕਿਉਂਕਿ ਦੇਖ ਆਏ ਸੀ ਭਾਈ ਲਹਿਣਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸੈਂਕੜੇ ਸਿੱਖ ਆਉਂਦੇ ਨੇ, ਨਾਮਦਾਨ ਹਾਸਲ ਕਰਦੇ ਨੇ, ਸੱਚਾ ਮਾਰਗ ਹਾਸਲ ਕਰਦੇ ਨੇ, ਸੱਚੇ ਮਾਰਗ 'ਤੇ ਚੱਲ ਕੇ ਖੁਸ਼ੀਆਂ ਪ੍ਰਾਪਤ ਕਰਦੇ ਨੇ, ਆਪਣਾ ਲੋਕ ਪਰਲੋਕ ਸੁਹੇਲਾ ਕਰ ਲੈਂਦੇ। ਦੋਵੇਂ ਵੇਲੇ ਗੁਰੂ ਦਾ ਲੰਗਰ ਚੱਲਦਾ ਸੀ ਕਰਤਾਰਪੁਰ। ਐਸਾ ਆਨੰਦ ਕਿਤੇ ਨਹੀਂ ਉਹਨਾਂ ਨੂੰ ਪ੍ਰਾਪਤ ਹੋਇਆ ਜਿਹੜਾ ਕਰਤਾਰਪੁਰ ਵਿੱਚ ਪ੍ਰਾਪਤ। ਸਾਧ ਸੰਗਤ ਜੀ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਕਰਤਾਰਪੁਰ ਦਾ ਮਾਲਕ ਉਹ ਧੰਨ ਗੁਰੂ ਨਾਨਕ ਕਰਤਾਰ ਆਪ ਵਸਦਾ। ਕਰਤਾਰ ਕਰਤਾਰ ਸਾਰੀ ਸ੍ਰਿਸ਼ਟੀ ਦੀ ਕਾਰ ਦੀ ਤਾਰ ਜਿਹਦੇ ਹੱਥ ਵਿੱਚ ਹੈ ਉਹ ਹੈ ਕਰਤਾਰ, ਧੰਨ ਗੁਰੂ ਨਾਨਕ ਦੇਵ ਮਹਾਰਾਜ। ਆਪਣੀ ਅੱਖਾਂ ਨਾਲ ਦੇਖ ਕੇ ਆਏ ਸੀ। ਦੋਵੇਂ ਵੇਲੇ ਲੰਗਰ ਚੱਲਦਾ ਉੱਥੇ, ਬੜਾ ਚਿੱਤ ਲੱਗਦਾ ਉੱਥੇ। ਹੁਣ ਰਹਿ ਨਾ ਸਕੇ, ਫਿਰ ਮਨ ਬਣਿਆ ਕਿ ਹੁਣ ਦਰਸ਼ਨ ਕਰਕੇ ਆਈਏ, ਫਿਰ ਕਰਤਾਰਪੁਰ ਚੱਲੀਏ। ਖਾਲੀ ਹੱਥ ਨਹੀਂ ਗੁਰੂ ਕੋਲ ਜਾਣਾ। ਜਾਣ ਕੇ ਲੂਣ ਦੀ ਪੰਡ ਬੰਨ੍ਹ ਲਈ ਭਾਈ ਲਹਿਣਾ ਜੀ ਨੇ। ਲੂਣ ਦੀ ਪੰਡ ਸਿਰ ਤੇ ਰੱਖ ਕੇ ਕਰਤਾਰਪੁਰ ਪਹੁੰਚੇ। ਮਾਤਾ ਸੁਲੱਖਣੀ ਜੀ ਕੋਲ ਲੂਣ ਦੀ ਪੰਡ ਰੱਖ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ ਕਿੱਥੇ ਨੇ, ਗੁਰੂ ਸਾਹਿਬ ਕਿੱਥੇ ਨੇ? ਮਾਤਾ ਜੀ ਕਹਿਣ ਲੱਗੇ, ਉਹ ਖੇਤਾਂ 'ਚ ਗਏ ਨੇ, ਝੋਨੇ ਦੇ ਖੇਤ ਵਿੱਚ ਡੀਲਾ ਪੁੱਟ ਰਹੇ ਨੇ। ਉਹ ਜਿਹੜਾ ਡੀਲਾ ਸੀ ਪਸ਼ੂਆਂ ਨੂੰ ਸਾਧ ਸੰਗਤ ਜੀ ਪਾਇਆ ਜਾਂਦਾ ਸੀ। ਮਹਾਰਾਜ ਨੇ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਤਿੰਨੇ ਸੁਨਹਿਰੀ ਅਸੂਲ ਉੱਥੇ ਆਪਣੇ ਜੀਵਨ 'ਤੇ ਲਾਗੂ ਕਰਕੇ ਸਾਨੂੰ ਸਿੱਖਿਆ ਦਿੱਤੀ। ਆਪ ਹਲ ਵਾਹੁੰਦੇ ਨੇ, ਖੇਤੀ ਕਰਦੇ ਨੇ। ਜਿਹੜੇ ਪਸ਼ੂ ਰੱਖੇ ਨੇ ਕਰਤਾਰਪੁਰ, ਉਹ ਡੀਲਾ ਆਦਿਕ ਜੋ ਘਾਹ ਜੋ ਪੱਠੇ ਨੇ ਵੱਢ ਕੇ ਵੀ ਮਹਾਰਾਜ ਲਿਆਂਦੇ ਨੇ, ਉਹ ਉੱਥੇ ਪਸ਼ੂਆਂ ਨੂੰ ਪਾਇਆ ਜਾਂਦਾ। ਕਿਰਤ ਕਰਨੀ, ਨਾਮ ਜਪਣਾ, ਦੀਵਾਨ ਸੱਜਦੇ ਨੇ ਮਹਾਰਾਜ ਦੇ, ਜਿਹਦੇ ਵਿੱਚ ਮਹਾਰਾਜ ਉਪਦੇਸ਼ ਕਰਦੇ ਨੇ, ਨਾਮ ਜਪਾਉਂਦੇ ਨੇ। ਪਾਵਨ ਉਪਦੇਸ਼ ਦੇ ਕੇ ਨਿਹਾਲ ਕਰਨ। ਕਿਰਤ ਕਰਨਾ, ਨਾਮ ਜਪਣਾ, ਤੀਸਰਾ ਬਚਨ ਵੰਡ ਛਕਣਾ, ਤੇ ਗੁਰੂ ਕਾ ਲੰਗਰ ਚੱਲਦਾ ਉੱਥੇ 2 ਟਾਈਮ। ਸਾਨੂੰ ਦੱਸਦੇ ਨੇ ਗ੍ਰਸਤੀ ਜੀਵਨ ਜਿਉਣਾ ਕਿਵੇਂ ਹੈ। ਕਿਰਤ ਵੀ ਕਰਨੀ, ਨਾਮ ਵੀ ਜਪਣਾ ਹੈ, ਤੇ ਲੋੜਵੰਦਾਂ ਦੀ ਸਹਾਇਤਾ ਵੀ, ਗਰੀਬ ਦੀ ਹੈਲਪ ਵੀ ਕਰਨੀ ਹੈ, ਮਦਦ ਵੀ ਕਰਨੀ ਹੈ। ਇਹ ਸੁਨਹਿਰੀ ਅਸੂਲ ਜੀਵਨ ਵਿੱਚ ਧਾਰਨ ਕਰਨੇ ਨੇ। ਪਹਿਲਾਂ ਗੁਰੂ ਬਾਬਾ ਜੀ ਆਪ ਪਹਿਰਾ ਦਿੰਦੇ ਨੇ, ਫਿਰ ਸਾਨੂੰ ਸਿੱਖਿਆ ਦਿੰਦੇ ਨੇ ਚੱਲਣ ਵਾਸਤੇ। ਭਾਈ ਲਹਿਣਾ ਜੀ ਨੇ ਕਹਿੰਦੇ ਨੇ, ਇਤਿਹਾਸ ਕਹਿੰਦਾ ਕਰਤਾਰਪੁਰ ਪਾਣੀ ਨਹੀਂ ਪੀਤਾ, ਇੰਨੀ ਮਨ ਦੇ ਵਿੱਚ ਤਾਂਘ ਸੀ, ਇੱਛਾ ਸੀ ਦਰਸ਼ਨਾਂ।
ਦੀ ਮਹਾਰਾਜ ਦੀ। ਭਾਈ ਲਹਿਣਾ ਜੀ ਉਸੇ ਵੇਲੇ ਲੂਣ ਦੀ ਪੰਡ ਰੱਖ ਕੇ ਖੇਤਾਂ ਵਿੱਚ ਤੁਰ ਗਏ। ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਮੱਥਾ ਟੇਕਿਆ। ਝੋਨੇ ਦੇ ਖੇਤ ਵਿੱਚੋਂ ਜੋ ਪੱਠੇ ਪੁੱਟੇ ਉਹ ਇੱਕ ਚਾਦਰ ਵਿੱਚ ਬੰਨ੍ਹ ਲਏ। ਪਾਣੀ ਨੁੱਚੜਦੇ ਪੱਠਿਆਂ ਦੀ ਭਾਰੀ ਪੰਡ ਹੋ ਗਈ। ਗੁਰੂ ਜੀ ਨੇ ਭਾਈ ਲਹਿਣਾ ਜੀ ਵੱਲ ਇਸ਼ਾਰਾ ਕੀਤਾ, ਉਹ ਪੰਡ ਨੂੰ ਚੁੱਕ ਕੇ ਲੈ ਚੱਲਣ ਕਰਤਾਰਪੁਰ। ਗੁਰੂ ਨਾਨਕ ਦੇਵ ਮਹਾਰਾਜ ਦਾ ਇਸ਼ਾਰਾ ਪਾਉਂਦੇ ਹੀ ਭਾਈ ਲਹਿਣਾ ਜੀ ਨੇ ਪੰਡ ਸਿਰ ਤੇ ਚੁੱਕ ਲਈ। ਭਾਈ ਲਹਿਣਾ ਜੀ ਦੇ ਜਿਹੜੇ ਕੱਪੜੇ ਬਸਤਰ ਪਾਏ ਸੀ, ਚਿੱਟੇ ਬਸਤਰ, ਉਹ ਸਾਰੇ ਉਹ ਪਾਣੀ ਨਾਲ ਨੁੱਚੜਦੀ ਪੰਡ ਦੀ, ਉਹ ਜਿਹੜਾ ਸਾਰਾ ਪਾਣੀ ਨੁੱਚੜ ਰਿਹਾ ਸੀ ਲੀੜਿਆਂ ਤੇ ਪੈਂਦਾ ਰਿਹਾ, ਖਰਾਬ ਹੋ ਗਏ। ਭਾਈ ਲਹਿਣਾ ਜੀ ਨੇ ਖਿਆਲ ਹੀ ਨਾ ਕੀਤਾ। ਆ ਦੇਖੋ ਕਈਆਂ ਨੂੰ ਸੇਵਾ ਦਾ ਰੰਗ ਚੜਿਆ ਹੁੰਦਾ, ਬਸਤਰਾਂ ਦਾ ਧਿਆਨ ਹੀ ਨਹੀਂ ਰੱਖ, ਇੰਨੇ ਮਗਨ ਹੋਏ ਹੁੰਦੇ ਨੇ। ਕੁਛ ਲੱਗੀ ਜਾਵੇ ਭਾਵੇਂ ਸੇਵਾ, ਕਿੰਨੀ ਭਾਵਨਾ, ਕਿੰਨੀ ਸ਼ਰਧਾ ਹੁੰਦੀ। ਭਾਈ ਲਹਿਣਾ ਜੀ ਦੀ ਇੰਨੀ ਸ਼ਰਧਾ, ਕੋਈ ਕੱਪੜਿਆਂ ਦਾ ਖਿਆਲ ਹੀ ਨਹੀਂ। ਜਦੋਂ ਪੰਡ ਲਿਆ ਕੇ ਕਰਤਾਰਪੁਰ ਰੱਖੀ ਤਾਂ ਮਾਤਾ ਸੁਲੱਖਣੀ ਜੀ ਨੇ ਦੇਖਿਆ, ਇਹਨਾਂ ਨੂੰ ਪੰਡ ਕਿਉਂ ਚੁਕਾਈ ਤੁਸੀਂ? ਦੇਖੋ ਕਿੰਨੇ ਸੋਹਣੇ ਕੱਪੜੇ ਪਾਏ, ਸਾਰੇ ਖਰਾਬ ਹੋਏ। ਮਿੱਟੀ ਦੇ ਦਾਗ ਤਾਂ ਕੱਪੜੇ ਧੋਤਿਆਂ ਵੀ ਨਹੀਂ ਲੱਥਣੇ। ਕਿਸੇ ਹੋਰ ਸੇਵਕ ਨੂੰ ਚੁਕਾ ਦਿੰਦੇ, ਤੁਸੀਂ ਬੰਦਾ ਕਮੰਦਾ ਕੋਈ ਦੇਖ ਲਿਆ ਕਰੋ, ਤੁਸੀਂ ਇਹਨਾਂ ਨੂੰ ਪੰਡ ਨਹੀਂ ਚੁਕਾਉਣੀ ਸੀ। ਸੱਚੇ ਪਾਤਸ਼ਾਹ ਇਹ ਬਚਨ ਸੁਣ ਕੇ ਮੁਸਕਰਾ ਕੇ ਬੋਲੇ, ਭਾਰੀਆਂ ਪੰਡਾਂ ਉਹਨਾਂ ਨੂੰ ਚੁਕਾਈਆਂ ਜਾਂਦੀਆਂ ਨੇ ਜੋ ਚੁੱਕਣ ਯੋਗ ਹੁੰਦੇ ਹਨ। ਇਹਨਾਂ ਦੇ ਲੀੜਿਆਂ ਉੱਪਰ ਗਾਰਾ ਨਹੀਂ, ਸਗੋਂ ਅਤਰ ਤੇ ਕੇਸਰ ਛਿਣਕਿਆ ਗਿਆ ਹੈ। ਸੇਵਾ ਤੋਂ ਮੇਵਾ ਮਿਲਦਾ ਹੈ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਰਹਿ ਕੇ ਸੇਵਾ ਕਰਨ ਲੱਗੇ। 8 ਪਹਿਰ ਸੇਵਾ ਵਿੱਚ ਰਹਿੰਦੇ ਨੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਕਹਿੰਦੇ ਨੇ 3-4 ਸਾਲ ਪ੍ਰੀਖਿਆਵਾਂ ਲੈਂਦੇ ਰਹੇ ਸਿੱਖਾਂ ਦੀਆਂ, ਜਿਹਦੇ ਵਿੱਚ ਭਾਈ ਲਹਿਣਾ ਵੀ ਸੀ, ਬਾਬਾ ਬੁੱਢਾ ਜੀ ਵੀ ਸੀ, ਮਹਾਰਾਜ ਦੇ ਸੁਪੁੱਤਰ ਵੀ ਸੀ, ਜਿਹਦੇ ਵਿੱਚ ਮਹਾਰਾਜ ਨੇ ਐਸੇ ਇਮਤਿਹਾਨ ਦੇ ਪਰਚੇ ਪਾਏ ਜਿਹਦੇ ਵਿੱਚ ਭਾਈ ਲਹਿਣਾ ਜੀ ਪਾਸ ਹੋਏ ਸੀ। ਬੜੇ ਪਰਚੇ ਪਾਏ ਮਹਾਰਾਜ ਨੇ। ਜਿਵੇਂ ਕਰਤਾਰਪੁਰ ਦਾ ਇਲਾਕਾ ਪਹਾੜਾਂ ਦੇ ਪੈਰਾਂ ਵਿੱਚ ਹੋਣ ਕਰਕੇ ਬਾਰਿਸ਼ ਬਹੁਤ ਹੁੰਦੀ ਸੀ। ਇੱਕ ਦਿਨ ਬਾਰਿਸ਼ ਆਈ ਤੇ ਮਹਾਰਾਜ ਕਹਿਣ ਲੱਗੇ ਧਰਮਸ਼ਾਲਾ ਦੀ ਕੰਧ ਟੱਟ ਗਈ ਹੈ। ਕਹਿੰਦੇ ਜਦੋਂ ਬਾਰਿਸ਼ ਹੋ ਰਹੀ ਸੀ ਧਰਮਸ਼ਾਲਾ ਦੀ ਕੰਧ ਜਿਹੜੀ ਨਾ ਟੱਟ ਗਈ, ਤੇ ਜਦੋਂ ਕੰਧ ਟੱਟ ਰਹੀ ਸੀ ਭਾਈ ਲਹਿਣਾ ਜੀ ਨੂੰ ਪਤਾ ਲੱਗਾ ਕਿ ਕੰਧ ਡਿੱਗਣ ਵਾਲੀ ਹੈ, ਤੇ ਸਾਰੇ ਆਰਾਮ ਕਰ ਰਹੇ ਹਨ, ਗੁਰੂ ਮਹਾਰਾਜ ਵੀ ਆਰਾਮ ਕਰ ਰਹੇ ਹਨ। ਭਾਈ ਲਹਿਣਾ ਜੀ ਨੇ ਕਿਸੇ ਨੂੰ ਜਗਾਇਆ ਨਹੀਂ, ਰੌਲਾ ਨਹੀਂ ਪਾਇਆ ਵੀ ਕੰਧ ਡਿੱਗਣ ਵਾਲੀ ਹੈ। ਉਹ ਸ਼ਤੀਰ ਪਾਏ ਹੁੰਦੇ ਸੀ ਲੰਮੇ ਲੰਮੇ, ਪਹਿਲਾਂ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ। ਉਹ ਜਿਹੜਾ ਸ਼ਤੀਰ ਸੀ ਉਹਦੇ ਥੱਲੇ ਸਿਰ ਆਪਣਾ ਕਰਤਾ ਭਾਈ ਲਹਿਣਾ ਜੀ ਨੇ। ਕੰਧ ਡਿੱਗਣ ਵਾਲੀ, ਪਤਾ ਵੀ ਸਾਰੀ ਰਾਤ ਮੀਂਹ ਪੈ ਰਿਹਾ, ਕਿਸੇ ਨੂੰ ਜਗਾਇਆ ਨਹੀਂ, ਰੌਲਾ ਨਹੀਂ ਪਾਇਆ, ਆਪਣਾ ਸਿਰ ਸ਼ਤੀਰ ਥੱਲੇ ਕਰ ਦਿੱਤਾ। ਸੱਚਾ ਪ੍ਰੇਮ ਗੁਰੂ ਨਾਲ ਸੀ ਸਾਧ ਸੰਗਤ ਜੀ। ਸੱਚੇ ਪ੍ਰੇਮੀਆਂ ਦੀ ਪਰਮੇਸ਼ਰ ਆਪ ਹੀ ਸਹਾਇਤਾ ਕਰਦਾ ਹੈ। ਉਹਨਾਂ ਨੂੰ ਭਾਰ ਵੀ ਮਹਿਸੂਸ ਨਾ ਹੋਇਆ ਵੀ ਸ਼ਤੀਰ ਦੇਖੋ ਕਿੰਨਾ ਭਾਰਾ ਹੁੰਦਾ, ਉਹ ਵੀ ਭਾਰ ਮਹਿਸੂਸ ਨਹੀਂ ਹੋਇਆ। ਸਾਰੀ ਰਾਤ ਖਲੋਤੇ ਰਹੇ ਸ਼ਤੀਰ ਨੂੰ ਸਿਰ ਤੇ ਰੱਖ। ਫਿਰ ਹੋਰ ਪ੍ਰੀਖਿਆਵਾਂ ਵੀ ਲਈਆਂ। ਭਾਵੇਂ ਮਹਾਰਾਜ ਨੇ ਉਹ ਸੇਵਾ ਵੇਖ ਕੇ ਬੜੇ ਖੁਸ਼ ਹੋਏ ਸੀ, ਨਿਹਾਲ ਕੀਤਾ, ਮਿਹਰਾਂ ਦੀ ਨਜ਼ਰ ਕੀਤੀ।
ਫਿਰ ਕਹਿੰਦੇ ਉਸੇ ਸਾਲ ਦੀ ਬਾਰਿਸ਼ ਨਾਲ ਇੱਕ ਹੋਰ ਕੰਧ ਮੀਂਹ ਨਾਲ ਖੁਰ ਕੇ ਰਾਤ ਨੂੰ ਢਹਿ ਢੇਰੀ ਹੋ ਗਈ। ਮਹਾਰਾਜ ਉਸੇ ਵੇਲੇ ਰਾਤ ਅਜੇ ਅੱਧੀ ਸੀ, ਮੀਂਹ ਵਰ ਰਿਹਾ ਸੀ। ਗੁਰੂ ਜੀ ਨੇ ਹੁਕਮ ਕੀਤਾ ਪ੍ਰੀਖਿਆ ਲੈਣ ਵਾਸਤੇ, ਕੰਧ ਨੂੰ ਹੁਣੇ ਹੀ ਉਸਾਰਿਆ ਜਾਵੇ, ਹੁਣੇ ਹੀ ਬਣਾਇਆ ਜਾਏ। ਸਭ ਨੇ ਉੱਤਰ ਦਿੱਤਾ, ਮਹਾਰਾਜ ਮੀਂਹ ਪੈ ਰਿਹਾ, ਮੀਂਹ ਪੈਂਦੇ 'ਚ ਕਿਹੜਾ ਕੰਧ ਬਣਦੀ ਹੈ, ਰਾਤ ਸਮੇਂ ਕੰਧ ਨਹੀਂ ਉਸਰ ਸਕਦੀ, ਸਵੇਰ ਹੋਵੇਗੀ ਉਸਾਰਾਂਗੇ ਕੰਧ। ਸਾਰਿਆਂ ਨੇ ਜਵਾਬ ਦੇ ਦਿੱਤਾ। ਕਿਹਾ ਸੀ ਰਾਤ ਨੂੰ ਕੰਧ ਕਿਵੇਂ ਬਣਾ ਸਕਦੇ ਹਾਂ? ਦੇਖਿਆ ਭਾਈ ਲਹਿਣਾ ਜੀ ਨੇ ਹੱਥ ਜੋੜ ਲਏ, ਸੱਚਾ ਪਾਤਸ਼ਾਹ ਜੋ ਹੁਕਮ। ਉਹਨਾਂ ਨੇ ਸ਼ੁਰੂ ਕਰ ਦਿੱਤੀ ਕੰਧ ਬਣਾਉਣੀ। ਸਾਧ ਸੰਗਤ ਜੀ, ਜਦੋਂ ਕੰਧ ਬਣਾਉਣੇ ਅੱਧੀ ਰਾਤ ਨੂੰ ਭਾਈ ਲਹਿਣਾ ਜੀ ਵਾਹਵਾ ਕੰਧ, ਚੋਖੀ ਕੰਧ ਬਣਾ ਦਿੱਤੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਵਿੰਗੀ ਹੈ, ਸਿੱਧੀ ਨਹੀਂ ਬਣੀ, ਢਾਹ ਕੇ ਦੁਬਾਰੇ ਬਣਾਓ। ਕਿਉਂਕਿ ਪ੍ਰੀਖਿਆ ਸੀ ਮਹਾਰਾਜ ਦੀ। 7 ਬਚਨ ਕਹਿ ਕੇ ਭਾਈ ਲਹਿਣਾ ਜੀ ਨੇ ਕਿਹਾ, ਹਾਂ ਮਹਾਰਾਜ ਜਿਵੇਂ ਤੁਸੀਂ ਕਹਿੰਦੇ, ਢਾਹ ਕੇ ਦੁਬਾਰੇ ਬਣਾ ਦਿੰਦੇ, ਨਵੇਂ ਸਿਰੇ ਬਣਾ ਦਿੰਦੇ। ਨਵੇਂ ਸਿਰੇ ਫਿਰ ਕੱਢੀ ਕੰਧ। ਕਈਆਂ ਨੇ ਕਿਹਾ ਭਾਈ ਲਹਿਣਾ ਜੀ ਨੇ ਉਸ ਕੰਧ ਦਾ ਟੋਟਾ 3 ਵਾਰ ਢਾਇਆ ਤੇ 3 ਵਾਰ ਉਸਾਰਿਆ। ਮਹਾਰਾਜ ਪ੍ਰੀਖਿਆ ਲੈ ਰਹੇ ਸੀ, ਨਹੀਂ ਹਜੇ ਵੀ ਨਹੀਂ ਬਣੀ, ਦੁਬਾਰੇ ਬਣਾ। 3 ਵਾਰ ਢਾਇਆ, 3 ਵਾਰ ਬਣਾਇਆ। ਸਾਧ ਸੰਗਤ ਜੀ, ਅੱਜ ਦਾ ਕੋਈ ਹੁੰਦਾ, ਪਹਿਲੀ ਗੱਲ ਤਾਂ ਪਹਿਲੀ ਵਾਰੀ ਨਹੀਂ ਬਣਾਉਣੀ ਸੀ, ਕਿਉਂਕਿ ਅੱਧੀ ਰਾਤ ਸੀ, ਬਰਸਾਤ ਹੋ ਰਹੀ ਸੀ। ਤੇ ਜੇ 2-3 ਵਾਰੀ ਕਹਿ ਦਿੰਦੇ ਫਿਰ ਤਾਂ ਕੀ ਬਣਾਉਣੀ ਸੁਣੇ। ਨਾ ਅੱਕੇ ਨਾ ਛਿੱਥੇ ਪਏ, ਨਾ ਕਾਲੇ ਪਏ, ਨਾ ਥੱਕੇ। ਤੇ ਜੇ ਕੋਈ ਆ ਕੇ ਪੁੱਛਦਾ, ਆਖਦਾ, ਭਾਈ ਲਹਿਣਾ ਜੀ ਕਹਿੰਦੇ ਸੇਵਕ ਨੇ ਤਾਂ ਸੇਵਾ ਕਰਨੀ ਹੈ, ਕੰਧ ਉਸਰੇ ਜਾਂ ਨਾ ਉਸਰੇ। ਗੱਲ ਹੈ ਗੁਰੂ ਦਾ ਹੁਕਮ ਮੰਨਣਾ, ਗੱਲ ਹੈ ਗੁਰੂ ਦਾ ਬਚਨ ਮੰਨਣਾ। ਕੰਧ ਉਸਰੇ ਭਾਵੇਂ ਨਾ ਉਸਰੇ, ਸੇਵਕ ਨੇ ਤਾਂ ਸੇਵਾ ਕਰਨੀ ਹੈ। ਮਹਾਰਾਜ ਬੜੇ ਖੁਸ਼ ਹੋਏ। ਐਸੀ ਭਾਵਨਾ ਹੈ ਭਾਈ ਲਹਿਣਾ ਜੀ ਦੀ। ਇੱਕ ਦਿਨ ਫਿਰ ਮਹਾਰਾਜ ਇੱਕ ਰਾਤ ਜਾਗਦੇ ਹੋਏ ਆਵਾਜ਼ ਦੇ ਕੇ ਆਖਣ ਲੱਗੇ, ਅੱਧੀ ਰਾਤ ਹੋਈ ਸੀ। ਮਹਾਰਾਜ ਕਹਿੰਦੇ ਬਾਹਰ ਧੁੱਪ ਹੋਈ ਹੈ, ਮੇਰੇ ਲੀੜੇ ਜਾਓ ਦਰਿਆ ਤੇ ਧੋ ਕੇ ਲੈ ਕੇ ਆਓ। ਅੱਧੀ ਰਾਤ ਹੋਈ ਹੈ। ਇਤਿਹਾਸ ਕਹਿੰਦਾ ਹੈ ਕਿ ਕੋਈ ਵੀ ਤਿਆਰ ਨਾ ਹੋਇਆ, ਅੱਧੀ ਰਾਤ ਹੈ। ਮਹਾਰਾਜ ਨੂੰ ਭੁਲੇਖਾ ਲੱਗ ਰਿਹਾ ਹੈ, ਮਹਾਰਾਜ ਦੀ ਉਮਰ 70 ਸਾਲ ਹੋ ਗਈ, ਸ਼ਾਇਦ ਉਮਰ ਕਰਕੇ ਮਹਾਰਾਜ ਨੂੰ ਫਰਕ ਲੱਗ ਰਿਹਾ। ਕੋਈ ਵੀ ਅੱਗੇ ਨਾ ਹੋਇਆ। ਕਹਿਣ ਲੱਗੇ ਮਹਾਰਾਜ ਦਾ ਦਿਨ ਚੜ੍ਹੇਗਾ ਤੇ ਦਿਨ ਚੜ੍ਹੇ ਧੋ ਲਾਂਗੇ ਬਸਤਰ, ਕੋਈ ਗੱਲ। ਗੁਰੂ ਮਹਾਰਾਜ ਨੇ ਫਿਰ ਕਿਹਾ ਦਿਨ ਚੜ੍ਹਿਆ ਹੋਇਆ, ਲੀੜੇ ਹੁਣੇ ਧੁੱਪਣੇ ਚਾਹੀਦੇ ਹਨ। ਇਹ ਸੁਣ ਕੇ ਭਾਈ ਲਹਿਣਾ ਜੀ ਅੱਗੇ ਵਧੇ। ਉਹਨਾਂ ਨੇ ਕਿਹਾ, ਹੇ ਭਾਈ ਸੱਚੇ ਪਾਤਸ਼ਾਹ ਜੀ, ਜੋ ਆਪ ਆਖਦੇ ਹੋ ਬਿਲਕੁਲ ਸੱਚ ਹੈ, ਲਿਆਓ ਬਸਤਰ, ਮੈਂ ਧੋ ਕੇ ਲਿਆਉਂ। ਤੇ ਕਹਿਣ ਵਾਲੇ ਕਹਿਣ ਲੱਗੇ ਕਿ ਭਾਈ ਲਹਿਣਾ ਵੀ ਸ਼ੁਦਾਈ ਹੋ ਗਿਆ ਨਾ, ਜੋ ਹਰੇਕ ਬਚਨ ਸੱਤ ਕਰਕੇ ਮੰਨੀ ਜਾਂਦਾ ਹੈ। ਭਾਈ ਲਹਿਣਾ ਜੀ ਕਹਿਣ ਲੱਗੇ, ਸਾਧ ਸੰਗਤ ਜੀ, ਉਹਨੂੰ ਹੀ ਗੁਰੂ ਦੇ ਚਰਨਾਂ 'ਚ ਥਾਂ ਮਿਲਦੀ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕੰਮ ਹੱਲ ਪਾਈ ਸੀ। ਭਾਈ ਲਹਿਣਾ ਜੀ ਕਹਿੰਦੇ ਸਤ ਬਚਨ ਮਹਾਰਾਜ, ਸਤ ਕਰਕੇ ਹਰੇਕ ਬਚਨ ਮੰਨ ਲੈਂਦੇ ਨੇ। ਬਸਤਰ ਚੁੱਕ ਕੇ ਦਰਿਆ ਵੱਲ ਚਲੇ ਗਏ। ਗੁਰੂ ਦਾ ਹੁਕਮ ਮੰਨ ਕੇ ਜਦੋਂ ਬਸਤਰ ਧੋਤੇ ਤਾਂ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਦਿਨ ਚੜ੍ਹਿਆ, ਐਂ ਲੱਗਿਆ ਜਿਵੇਂ ਦਿਨ ਚੜ੍ਹਿਆ। ਚੰਗੀ ਤਰ੍ਹਾਂ ਬਸਤਰ ਧੋ ਕੇ ਸੁੱਕਣੇ ਪਾਏ, ਐਸੀ ਹਵਾ ਆਈ, ਸਾਰੇ ਬਸਤਰ ਸੁੱਕ ਗਏ। ਅੱਧੀ ਰਾਤ ਫਿਰ ਬਸਤਰ ਤੈਅ ਕਰਕੇ ਜੋੜ ਕੇ ਭਾਈ ਲਹਿਣਾ ਜੀ ਨੇ ਮਹਾਰਾਜ ਦੇ ਰੱਖ ਦਿੱਤੇ।
ਇਸ ਤਰ੍ਹਾਂ ਮਹਾਰਾਜ ਨੇ ਕਈ ਪ੍ਰੀਖਿਆਵਾਂ ਲਈਆਂ। ਗੁਰੂ ਮਹਾਰਾਜ ਨੇ 3-4 ਸਾਲ ਪ੍ਰੀਖਿਆ ਹੀ ਲੈਂਦੇ ਰਹੇ ਮਹਾਰਾਜ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰੀਖਿਆ ਲਈਆਂ, ਅਖੀਰਲੀ ਪ੍ਰੀਖਿਆ ਜਿਹੜੀ ਮਹਾਰਾਜ ਦੀ ਇਹ ਸੀ, ਇੱਕ ਦਿਨ ਮਹਾਰਾਜ ਨੇ ਕੋਈ ਸਾਂਗ ਐਸਾ ਵਰਤਾਇਆ, ਨਿਰਾਲਾ ਦਾ ਸਾਂਗ ਵਰਤਾਤਾ ਮਹਾਰਾਜ ਨੇ। ਜਿਵੇਂ ਅੱਜ ਵੀ ਕਈ ਨਹੀਂ ਮੰਨਦੇ ਗੱਲ ਕਿ ਗੁਰੂ ਮਹਾਰਾਜ ਇਸ ਤਰ੍ਹਾਂ ਕਰ ਸਕਦੇ। ਗੁਰੂ ਮਹਾਰਾਜ ਜੋ ਚਾਹਣ ਉਹੀ ਕਰ ਸਕਦੇ ਨੇ। ਜੋ ਮਹਾਰਾਜ ਚਾਹਣ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇੱਥੇ ਵੀ ਬਚਨ ਸੱਚ, ਅੱਗੇ ਵੀ। ਇੱਕ ਦਿਨ ਲੰਗਰ ਵਿੱਚ ਅੰਨ ਦਾਣਾ ਮੁੱਕ ਗਿਆ। ਮਹਾਰਾਜ ਨੇ ਆਪ ਖੇਲ ਦਾ ਵਰਤਾਤਾ ਐਵੇਂ। ਸੰਗਤ ਨੂੰ ਭੁੱਖ ਅਨੁਭਵ ਹੋਈ। ਬਾਰਿਸ਼ ਪੈ ਰਹੀ ਸੀ, ਬਾਰਿਸ਼ ਖੜੀ ਨਾ। ਅੰਨ ਦਾਣਾ ਜਿਹੜਾ ਵਾਧੇ ਪੈ ਗਿਆ। ਗੁਰੂ ਜੀ ਲੰਗਰ ਵਾਸਤੇ ਰਸਤੀ ਲੋੜ ਹੈ। ਗੁਰੂ ਨੇ ਫਿਰ ਗੱਲ ਅਣਸੁਣੀ ਜੀ ਕਰਤੀ। ਮਹਾਰਾਜ ਧਰਮਸ਼ਾਲਾ ਤੋਂ ਬਾਹਰ ਆ ਗਏ। ਇੱਕ ਕਿੱਕਰ ਕੋਲ ਖਲੋ ਕੇ ਆਖਣ ਲੱਗੇ, ਕੋਈ ਇਸ ਉੱਪਰ ਚੜ੍ਹੇ ਤੇ ਮਠਿਆਈ ਝਾੜੇ। ਸਾਰੇ ਹੈਰਾਨ ਹੋ ਗਏ। ਕੰਡਿਆਂ ਤੇ ਤੁਕਲਿਆਂ ਤੋਂ ਬਿਨਾਂ ਕਿੱਕਰ ਉੱਤੇ ਕੱਖ ਨਹੀਂ, ਮਠਿਆਈ ਕਿੱਥੋਂ ਚੜ੍ਹੇਗੀ? ਕਿੱਕਰਾਂ ਤੋਂ ਵੀ ਕਿਤੇ ਮਠਿਆਈ ਝੜਦੀ, ਜਿਵੇਂ ਅੱਜ ਤਰਕਵਾਦੀ ਮੰਨਦੇ ਨੇ। ਹਾਂ ਤੁਸੀਂ ਕਹੋ ਤਾਂ ਨਹੀਂ, ਪਰ ਜਿਹੜਾ ਮੇਰਾ ਪਾਰ ਬ੍ਰਹਮ ਪਰਮੇਸ਼ਰ ਰੱਬ ਕਵੇ, ਉਹ ਤਾਂ ਉੱਥੋਂ ਵੀ ਚਸ਼ਮੇ ਚਲਾ ਦਿੰਦਾ ਹੈ ਜਿੱਥੇ ਪਾਣੀ ਕਈ ਕਿਲੋਮੀਟਰਾਂ ਤੱਕ ਨਹੀਂ ਹੈ। ਨਾਨਕ ਚੀਰਾ ਅੱਜ ਵੀ ਚੱਲਦਾ ਚਰਨਾ, ਉੱਥੇ ਵੀ ਚਲਾ ਦਿੰਦਾ ਜਿੱਥੇ ਹੈ ਹੀ ਨਹੀਂ। ਜਿੱਥੇ ਜਾ ਕੇ ਖੋਜ ਕੀਤੀ ਗਈ, ਪਰਖਿਆ ਗਿਆ ਵੀ ਵਾਕਿਆ ਪਾਣੀ ਕਈ ਕਿਲੋਮੀਟਰਾਂ ਤੱਕ ਪਾਣੀ ਨਹੀਂ, ਉੱਥੇ ਵੀ ਅੱਜ ਪਾਣੀ ਦੇ ਝਰਨੇ ਚੱਲਦੇ ਨੇ। ਹਾਂ, ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਤਾਂ ਜ਼ਰੂਰ ਮਠਿਆਈ ਚੜ੍ਹੇਗੀ। ਪਰ ਸਾਰੇ ਹੈਰਾਨ ਹੋ ਗਏ ਵੀ ਕਿੱਕਰਾਂ ਤੋਂ ਕਿਤੇ ਮਠਿਆਈ ਚੜ੍ਹਦੀ। ਜਦੋਂ ਗੁਰੂ ਮਹਾਰਾਜ ਨੇ ਮਿਹਰਾਂ ਦੀ ਨਿਗਾਹ ਭਰ ਕੇ ਭਾਈ ਲਹਿਣੇ ਵੱਲ ਤੱਕਿਆ, ਉਹ ਝਟਪਟ ਕਿੱਕਰ ਤੇ ਚੜ੍ਹ ਗਿਆ, ਹਲੂਣਾ ਦਿੱਤਾ ਤੇ ਸਾਧ ਸੰਗਤ ਜੀ ਉਹ ਕਿੱਕਰ ਦੇ ਦਰਖਤ ਉੱਤੋਂ ਮਠਿਆਈਆਂ ਚੜੀਆਂ, ਸੰਗਤਾਂ ਨੇ ਛਕੀਆਂ। ਇਸ ਤਰ੍ਹਾਂ ਮਹਾਰਾਜ ਪ੍ਰੀਖਿਆਵਾਂ ਲੈਂਦੇ ਰਹੇ। ਭਾਈ ਲਹਿਣਾ ਜੀ ਪਾਸ ਹੁੰਦੇ ਗਏ। ਲਾਸਟ ਪ੍ਰੀਖਿਆ ਇੱਕ ਦਿਨ ਮਹਾਰਾਜ ਨਿਰਾਲਾ ਸਾਂਗ ਵਰਤਾਇਆ। ਸਵੇਰੇ ਤਾਰਿਆਂ ਦੀ ਛਾਵੇਂ ਘਰੋਂ ਨਿਕਲੇ। 5-7 ਕੁੱਤੇ ਉਹਨਾਂ ਦੇ ਰੱਸੀਆਂ ਫੜ ਕੇ ਮਹਾਰਾਜ ਲੈ ਕੇ ਜਾ ਰਹੇ ਨੇ। 5-7 ਕੁੱਤੇ ਤੇ ਬਸਤਰ ਮਹਾਰਾਜ ਐਵੇਂ ਜਿਵੇਂ ਮੈਲੇ ਲੀਰੋ ਲੀਰ। ਨਿਰਾਲਾ ਜਿਹਾ ਸਾਂਗ ਜਿਹਾ ਵਰਤਾਇਆ ਮਹਾਰਾਜ ਨੇ। ਚਿਹਰੇ ਉੱਤੇ ਇਸ ਤਰ੍ਹਾਂ ਜਿਵੇਂ ਕ੍ਰੋਧ ਦੇ ਨਿਸ਼ਾਨ ਮਹਾਰਾਜ ਨੇ। ਅੱਖਾਂ ਲਾਲ ਨੇ ਮਹਾਰਾਜ ਦੀ। ਇੱਕ ਹੱਥ ਵਿੱਚ ਸੋਟਾ ਫੜਿਆ, ਮੋਟਾ ਸੋਟਾ। ਜਿਹੜਾ ਮਗਰ ਆਉਂਦਾ ਮਹਾਰਾਜ ਸੋਟਾ ਮਾਰਦੇ। ਸਾਰੇ ਪਿੱਛੇ ਹਟ ਗਏ। ਸਾਰਿਆਂ ਨੇ ਜਾਣਿਆ ਮਹਾਰਾਜ ਨੂੰ ਅੱਜ ਕੀ ਹੋ ਗਿਆ। ਕਈਆਂ ਨੇ ਐਸੇ ਬਚਨ ਕਹੇ ਜਿਹੜੇ ਆਪਾਂ ਕਹਿ ਨਹੀਂ ਸਕਦੇ। ਮਹਾਰਾਜ ਮਸਤਾਨੇ ਜੇ ਹੋ ਗਏ ਨੇ, ਸੋਟਾ ਮਾਰੀ ਜਾਂਦੇ ਨੇ। 5-7 ਕੁੱਤੇ ਕੁੱਤੀਆਂ, ਕੱਪੜੇ ਕਿਵੇਂ ਦੇ ਨੇ। ਇੱਕ ਸਾਂਗ ਸੀ, ਨਿਰਾਲਾ ਸਾਂਗ, ਪ੍ਰੀਖਿਆ ਸੀ ਮਹਾਰਾਜ ਦੀ। ਗੁਰੂ ਦੇ ਚੋਜ ਦਾ ਕੋਈ ਭੇਤ ਨਹੀਂ ਸੀ ਕਿਸੇ ਨੂੰ। ਅੱਧਾ ਕੁ ਘੰਟਾ ਮਹਾਰਾਜ ਧਰਮਸ਼ਾਲਾ ਦੇ ਬੂਹੇ ਅੱਗੇ ਖੜਨ ਪਿੱਛੋਂ ਕੁੱਤਿਆਂ ਨੂੰ ਖਿੱਚਦੇ ਹੋਏ ਬਾਹਰ ਨੂੰ ਤੁਰ ਪਏ। ਸਿੱਖ ਮਗਰ ਸਾਰੇ। ਕਈਆਂ ਨੇ ਇਤਿਹਾਸਾਂ ਵਿੱਚ ਇਸ ਤਰ੍ਹਾਂ ਵੀ ਸੁਣਿਆ ਕਿ ਮਹਾਰਾਜ ਨੇ ਮਾਇਆ, ਚਾਂਦੀ, ਸੋਨਾ ਵਰਤਾਇਆ। ਜਿਨ੍ਹਾਂ ਨੂੰ ਮਾਇਆ ਲੋੜ ਸੀ ਮਾਇਆ ਲੈ ਕੇ ਵਾਪਸ ਮੁੜ ਗਏ, ਚਾਂਦੀ ਵਾਲੇ ਚਾਂਦੀ ਲੈ ਕੇ ਮੁੜ ਗਏ। ਪਰ ਜਿਹੜੇ ਸਿੱਦਕੀ ਸਿੱਖ ਸੀ, ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ, ਇਹ ਮਹਾਰਾਜ ਦੇ ਮਗਰ ਹੀ ਜਾ ਰਹੇ ਨੇ। 5 ਕੁ ਸਿੱਖ ਦੇ ਲਗਭਗ ਜਿਹੜੇ ਸੀ ਮਗਰ ਗਏ ਮਹਾਰਾਜ।
ਸਿੱਖਾਂ ਦਾ ਸਿਦਕ ਪਰਖਣ ਵਾਸਤੇ ਮਹਾਰਾਜ ਚੋਜ ਕਰ ਰਹੇ ਨੇ। ਕਹਿੰਦੇ ਨੇ ਭਾਈ ਲਹਿਣਾ ਜੀ ਨੂੰ ਵੀ ਸੋਟੇ ਮਾਰੇ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਮਾਨ। ਆਖਰ ਗੁਰੂ ਜੀ ਖਲੋ ਗਏ, ਕੁੱਤੇ ਛੱਡ ਦਿੱਤੇ। ਭਾਈ ਲਹਿਣਾ ਜੀ ਨੂੰ ਕਹਿਣ ਲੱਗੇ ਜਾਂਦਾ ਨਹੀਂ। ਮਹਾਰਾਜ ਜਿਨ੍ਹਾਂ ਦੇ ਘਰ ਟਿਕਾਣੇ ਸੀ ਤੁਰ ਗਏ ਨੇ, ਮੇਰਾ ਤੇਰੇ ਬਾਝੋਂ ਕੋਈ ਟਿਕਾਣਾ ਹੀ ਨਹੀਂ ਹੈ, ਮੈਂ ਕਿੱਥੇ ਜਾਵਾਂ। ਮਹਾਰਾਜ ਕਹਿੰਦੇ ਅਸੀਂ ਵੀ ਟਿਕਾਣੇ ਦੀ ਭਾਲ ਕਰ ਰਹੇ ਸੀ, ਜਿੱਥੇ ਵਕਤਿਅੰਤ ਆਪਣੀ ਜੋਤ ਨੂੰ ਟਿਕਾਣਾ ਹੈ। ਅੱਜ ਉਹ ਟਿਕਾਣਾ ਮੈਨੂੰ ਮਿਲ ਗਿਆ ਹੈ, ਜਿਹਦੇ ਵਿੱਚ ਮੈਂ ਆਪਣੀ ਜੋਤ ਨੂੰ ਟਿਕਾਣਾ ਹੈ। ਪ੍ਰੀਖਿਆ ਲੈਂਦੇ ਨੇ, ਅੱਛਾ ਜੀ ਸਾਡਾ ਹੈ, ਚਿੱਖਾ ਚੁਣੀ ਹੋਈ ਸੀ, ਮੁਰਦਾ ਪਿਆ ਸੀ, ਇਹ ਮੁਰਦੇ ਨੂੰ ਖਾ। ਆਲੇ ਦੁਆਲੇ ਘੁੰਮੀ ਜਾਂਦਾ। ਮਹਾਰਾਜ ਕਹਿੰਦੇ ਖਾਣ ਵਾਸਤੇ ਕਿਹਾ? ਕਹਿੰਦਾ ਮਹਾਰਾਜ ਹੁਕਮ ਕਰੋ ਕਿੱਧਰੋਂ। ਕਈਆਂ ਇਤਿਹਾਸਕਾਰਾਂ ਨੇ ਕਿਹਾ ਜਦੋਂ ਚਾਦਰ ਚੁੱਕੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਨਜ਼ਰ ਆਉਂਦੇ ਨੇ, ਤੇ ਬਾਹਰ ਪ੍ਰਾਤਨ ਵਿਚਾਰਾਂ ਮਿਲਦੀਆਂ ਨੇ। ਕਹਿੰਦੇ ਆਕੜਾ ਪ੍ਰਸ਼ਾਦ ਪ੍ਰੀਖਿਆ ਸੀ, ਪਾਸ ਹੋ ਗਏ। ਕਸਵੱਟੀ ਸੀ ਨਾ ਗੁਰੂ ਮਹਾਰਾਜ ਦੀ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਮਰ ਜੀਵੜੇ ਪਾਸ ਹੁੰਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰੀਖਿਆ ਲਈ ਤੇ ਇੱਕ ਪਾਸ ਹੋਇਆ ਭਾਈ ਲਹਿਣਾ, ਤੇ ਦੁਨੀਆ ਭਰ ਵਿੱਚ ਡੰਕਾ ਵੱਜਿਆ ਗੁਰੂ ਨਾਨਕ ਦੇ ਨਾਮ ਦਾ, ਸਿੱਖੀ ਦਾ, ਸਾਰੀ ਦੁਨੀਆ ਵਿੱਚ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰੀਖਿਆ ਲਈ 80,000 ਦੇ ਇਕੱਠ ਵਿੱਚੋਂ 5 ਪਾਸ ਹੋਏ। 5 ਨੇ ਸਿਰ ਦਿੱਤੇ, 5 ਪਿਆਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਨੇ ਪ੍ਰੀਖਿਆ ਲਈ ਸੀ, 1 ਪਾਸ ਹੋਇਆ, ਹੁਣ ਅੱਜ 5 ਪਾਸ ਹੋ ਗਏ ਨੇ। ਤੇ ਮਹਾਰਾਜ ਦਾ ਨਾਂ ਸਾਰੇ ਪਾਸੇ ਸੀ, ਪਰ ਹੁਣ ਦੁਨੀਆ ਤੇ ਕੋਈ ਥਾਂ ਨਹੀਂ ਰਹੇਗੀ ਜਿੱਥੇ ਖਾਲਸੇ ਦਾ ਡੰਕਾ ਨਹੀਂ ਹੈ, ਗੁਰੂ ਨਾਨਕ ਦਾ ਨਾਂ ਨਹੀਂ। ਭਾਈ ਲਹਿਣਾ ਜੀ ਪਾਸ ਹੋ ਗਏ। ਮਹਾਰਾਜ ਨੇ ਗਲ ਦੇ ਨਾਲ ਲਾ ਲਿਆ। ਗਲ ਨਾਲ ਲਾ ਕੇ ਭਾਈ ਲਹਿਣੇ ਤੋਂ ਆਪਣਾ ਅੰਗ ਬਣਾ ਲਿਆ। ਅੰਗ ਨਾਲ, ਛਾਤੀ ਨਾਲ, ਗਲ ਨਾਲ, ਕੰਠ ਨਾਲ ਲਾਇਆ ਤੇ ਨਾਂ ਰੱਖਿਆ ਅੰਗਦ, ਆਪਣਾ ਅੰਗ ਸਰੀਰ ਦਾ। ਤੂੰ ਲੈਣਾ ਤੇ ਅਸਾਂ ਦੇਣਾ, ਅੱਜ ਤੋਂ ਤੂੰ ਸਾਡੇ ਅੰਗ ਨਾਲ ਲੱਗ ਕੇ ਅੰਗਦ ਹੋ ਗਿਆ। ਮੈਂ ਪਰਖ ਲਿਆ, ਤੂੰ ਆਗਿਆ ਪਾਲਣ ਕਰਨ ਵਿੱਚ ਸਿਰਫ ਤੂੰ ਹੀ ਪਾਸ ਹੋਇਆ। ਸਿੱਖੀ ਵਾਲੋਂ ਤਿੱਖੀ, ਇਹ ਮਰ ਜੀਵੜੇ ਹੀ ਚੱਲਦੇ ਨੇ। ਫਿਰ ਜਿਨ੍ਹਾਂ ਨੇ ਜਾਣ ਤਲੀ ਤੇ ਰੱਖੀ ਉਹ ਪਾਸ ਹੁੰਦੇ ਨੇ। ਇਸ ਕਰਕੇ ਸੋ ਸਾਧ ਸੰਗਤ ਜੀ ਫਿਰ 5 ਪੈਸੇ ਨਰੇਲ ਰੱਖ ਕੇ 3 ਪਰਿਕਰਮਾ ਕਰਕੇ ਕੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਭਾਈ ਲਹਿਣਾ ਜੀ ਨੂੰ ਲਾਤਾ। ਦੂਜੇ ਗੁਰੂ ਨਾਨਕ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਸੰਸਾਰ ਤੇ ਪ੍ਰਗਟ ਹੋਏ। ਨਿਰਾ ਜੀਵਨ ਹੀ ਨਹੀਂ ਬਦਲਿਆ, ਸਗੋਂ ਜੀਵਨ ਵੀ ਨਿਰਾ ਨਾ ਹੀ ਨਹੀਂ ਬਦਲਿਆ, ਸਗੋਂ ਜੀਵਨ ਵੀ ਬਦਲ ਦਿੱਤਾ। ਸਿੱਖੀ ਦੇ ਬੇੜੇ ਦੇ ਪ੍ਰਧਾਨ ਮੱਲਾ ਬਣਾ ਦਿੱਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ। ਅਗਿਆਨੀਆਂ ਨੂੰ ਤੇ ਭੁੱਲੜਾਂ ਨੂੰ ਕੁਰਾਏ ਤੁਰਨ ਤੋਂ ਰੋਕ ਕੇ 7 ਮਾਰਗ ਤੇ ਰਸਤੇ ਤੋਰਨ ਲੱਗੇ ਗੁਰੂ ਅੰਗਦ ਦੇਵ ਮਹਾਰਾਜ। ਫਿਰ ਮਹਾਰਾਜ ਦਾ ਹੁਕਮ ਸੀ ਪੁਰਖਾ ਕਰਤਾਰਪੁਰ ਨਹੀਂ ਰਹਿਣਾ, ਖੰਡੂਰ ਸਾਹਿਬ ਚਲੇ ਜਾਣਾ, ਮਾਤਾ ਵਰਾਈ ਦੇ ਘਰ। ਫਿਰ ਹੁਕਮ ਕੀਤਾ ਸੀ ਮਾਤਾ ਦੱਸਣਾ ਨਹੀਂ ਹੈ ਕਿਸੇ ਨੂੰ। ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਬੜੀਆਂ ਪ੍ਰੀਖਿਆ ਹੋਈਆਂ, ਪ੍ਰੀਖਿਆ ਵਿੱਚੋਂ ਪਾਸ ਹੋ ਗਏ। ਸਾਨੂੰ ਉਹਨਾਂ ਦੇ ਇਤਿਹਾਸ ਤੋਂ ਸਿੱਖਿਆ ਮਿਲਦੀ ਹੈ। ਗੁਰੂ ਘਰ ਨਾਲ, ਗੁਰੂ ਚਰਨਾਂ ਨਾਲ ਐਸਾ ਪ੍ਰਪੱਕ ਜੀਵਨ ਰੱਖਣਾ ਹੈ, ਡੋਲਣਾ ਨਹੀਂ। ਉਤਰਾ ਚੜ੍ਹਾ ਆਵੇ, ਦੁੱਖ ਆਵੇ, ਸੁੱਖ ਆਵੇ, ਘਾਟਾ ਆਵੇ, ਵਾਧਾ ਹੋਵੇ। ਜੇ ਸੁਖ ਦੇਤਾ ਤੁਝੈ ਧਿਆਈ, ਜੇ ਸੁਖ ਦੇਤਾ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਜੇ ਸੁਖ ਦਿੱਤਾ ਤਾਂ ਵੀ ਤੈਨੂੰ ਧਿਆਵਾਂਗਾ,
ਜੇ ਦੁੱਖ ਹੈ ਦੁੱਖ ਵਿੱਚ ਵੀ ਮੈਂ ਛੱਡ ਕੇ ਨਹੀਂ ਜਾਵਾਂਗਾ, ਤੇਰੀ ਹੀ ਆਰਾਧਨਾ ਕਰਾਂਗਾ। ਐਸਾ ਗੁਰੂ ਦੇ ਸਿੱਖ ਦਾ ਜੀਵਨ ਹੋਣਾ ਚਾਹੀਦਾ। ਫਿਰ ਆਪਣੇ ਜੀਵਨ ਕਾਲ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਨੇ ਸੰਸਾਰ ਦੇ ਭਲੇ ਵਾਸਤੇ ਬੜੇ ਮਹਾਨ ਕਾਰਜ ਕੀਤੇ। ਜਿਵੇਂ ਪੰਜਾਬੀ ਦੀ 35 ਅੱਖਰਾਂ ਨੂੰ ਤਰਤੀਬ ਨਾਲ ਜੋੜ ਕੇ ਗੁਰਮੁਖੀ ਭਾਸ਼ਾ ਦਾ ਮੁੱਢ ਬੰਨਿਆ ਗੁਰੂ ਅੰਗਦ ਦੇਵ ਮਹਾਰਾਜ। ਬੱਚਿਆਂ ਦੀਆਂ ਛੋਟੀਆਂ ਛੋਟੀਆਂ ਕਿਤਾਬਾਂ ਬਣਵਾਈਆਂ, ਗੁਰਮੁਖੀ ਪੜ੍ਹਾਉਣ ਦੇ ਸਕੂਲ ਚਲਾਏ ਗੁਰੂ ਅੰਗਦ ਦੇਵ ਮਹਾਰਾਜ ਨੇ। ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਕੇ ਤਰਤੀਬ ਨਾਲ ਗੁਰਮੁਖੀ ਵਿੱਚ ਲਿਖਿਆ ਗੁਰੂ ਅੰਗਦ ਦੇਵ ਮਹਾਰਾਜ। ਜਪਜੀ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਤਰਤੀਬ ਬਣਾਈ ਗੁਰੂ ਅੰਗਦ ਦੇਵ ਮਹਾਰਾਜ। ਫਿਰ ਕਹਿੰਦੇ ਗੁਰੂ ਨਾਨਕ ਦੇਵ ਜੀ ਦੀਆਂ ਸਾਰੀਆਂ ਸਾਖੀਆਂ ਭਾਈ ਬਾਲਾ ਜੀ ਕੋਲੋਂ ਸੁਣੀਆਂ, ਇਕੱਠੀਆਂ ਕਰਕੇ ਇੱਕ ਪੋਥੀ ਬਣਾਈ ਜਿਹਦਾ ਨਾਂ ਰੱਖਿਆ ਭਾਈ ਬਾਲੇ ਵਾਲੀ ਜਨਮ ਸਾਖੀ। ਇਹ ਗੁਰੂ ਅੰਗਦ ਦੇਵ ਮਹਾਰਾਜ ਨੇ ਲਿਖਾਈ ਹੈ। ਭਾਈ ਬਾਲੇ ਤੋਂ ਪੁੱਛ, ਉਹ ਪੈੜਾ ਮੁੱਖਾ ਲਿਖਾਰੀ ਲਾ ਕੇ ਨਾ ਮਹਾਰਾਜ ਨੇ, ਗੁਰੂ ਅੰਗਦ ਦੇਵ ਮਹਾਰਾਜ ਨੇ ਭਾਈ ਬਾਲਾ ਦੱਸੀ ਜਾਂਦਾ ਹੈ, ਇੱਥੇ ਮਹਾਰਾਜ ਨੇ ਭਲਾ ਕੀਤਾ, ਅਸੀਂ ਇੱਥੇ ਗਏ। ਪੈੜਾ ਮੁੱਖਾ ਲਿਖਦਾ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਅੰਗਦ ਦੇਵ ਮਹਾਰਾਜ ਨੇ ਲਿਖਾਈ। ਬੱਚਿਆਂ ਦੇ ਖੇਡਣ ਵਾਸਤੇ ਅਤੇ ਕੁਸ਼ਤੀਆਂ ਕਰਨ ਲਈ ਅਖਾੜੇ ਬਣਾਏ। ਜੇ ਸਰੀਰ ਬਲਵਾਨ ਹੋਣਗੇ, ਰਿਸ਼ਟ ਪੁਸ਼ਟ ਹੋਣਗੇ, ਤਾਂ ਹੀ ਤਾਂ ਨਾਮ ਜਪ ਸਕਣਗੇ। ਮੱਲਾ ਅਖਾੜਾ ਰਚੇ ਹੋਣ, ਅਖਾੜੇ ਕੁਸ਼ਤੀਆਂ ਦੇ ਗੁਰੂ ਅੰਗਦ ਦੇਵ ਮਹਾਰਾਜ ਨੇ ਬਣਾਏ। ਸਰੀਰ ਬਲਵਾਨ ਕੀਤੇ ਬੱਚਿਆਂ ਦੇ। ਗੁਰੂ ਨਾਨਕ ਦੇਵ ਜੀ ਦੀ ਚਲਾਈ ਮਰਿਆਦਾ, ਸੰਗਤ ਤੇ ਪੰਗਤ ਨੂੰ ਦ੍ਰਿੜਾਇਆ ਗੁਰੂ ਅੰਗਦ ਦੇਵ ਮਹਾਰਾਜ ਨੇ। ਇਸ ਕਰਕੇ ਸਾਧ ਸੰਗਤ ਜੀ ਕਿੰਨੀ ਕੁ ਮਹਿਮਾ ਕਰੀਏ ਸਤਿਗੁਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ। ਆਪਾਂ ਉਹਨਾਂ ਦੇ ਗੁਣ ਹੀ ਨਹੀਂ ਬਿਆਨ ਕਰ ਸਕਦੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਲੱਖ ਉਪਮਾ ਉਪਮਾ ਕਰੈ ਉਪਮਾ ਨਾ ਜਾਣੈ, ਲੱਖ ਮਹਿਮਾ ਮਹਿਮਾ ਕਰੈ ਮਹਿਮਾ ਹਰਾਣੈ, ਲੱਖ ਮਾਤਮ ਮਾਤਮਾ ਨਾ ਮਾਤਮ ਜਾਣੈ, ਲੱਖ ਉਸਤਤ ਉਸਤਤ ਕਰੈ ਉਸਤਤ ਨਾ ਸਿਆਣੈ, ਆਦਿ ਪੁਰਖ ਆਦੇਸ਼ ਹੈ ਮੈਂ ਮਾਣ ਨੀ ਮਾਣੈ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਪ੍ਰਕਾਸ਼ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਗੁਰੂ ਵਿਚਾਰ ਨਾਲ ਜੁੜ ਕਰਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਲੇਖੇ ਵਿੱਚ ਲਾ ਕੇ ਸਫਲਾ ਬਣਾਇਆ। ਸਮੂਹ ਸੰਗਤਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।